ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਹੋਵੇਗੀ ਕਰੋਨਾ ਦੇ ਵਾਧੇ ਕਹਿਰ ਦੀ ਤੇ ਸਰਕਾਰੀ ਹਸਪਤਾਲਾਂ ਦੀ, ਸਰਕਾਰੀ ਇੰਤਜ਼ਾਮਾਂ ਦੀ। ਕਿ ਪੰਜਾਬ 'ਚ ਸਰਕਾਰੀ ਹਸਪਤਾਲਾਂ ਦੇ ਵਿੱਚ ਕਰੋਨਾ ਦੇ ਮਰੀਜ਼ਾਂ ਦਾ ਸਹੀ ਇਲਾਜ, ਸਹੀ ਦੇਖਭਾਲ ਹੋ ਰਹੀ ਹੈ ਕਿ ਪ੍ਰਬੰਧ ਮੁਕੰਮਲ ਨੇ ਜੋ ਸਰਕਾਰ ਦੇ ਦਾਅਵੇ ਨੇ। ਇਸ ਸਵਾਲ ਦਾ ਹੀ ਜਵਾਬ ਮੈਂ ਪੂਰੀ ਡਿਬੇਟ ਦੇ ਦੌਰਾਨ ਅੱਜ ਲੈਣ ਦੀ ਕੋਸ਼ਿਸ਼ ਕਰਾਂਗਾ। ਸਿਆਸਤਦਾਨਾਂ ਤੋਂ ਲੈ ਕੇ ਪੰਜਾਬ ਦੇ ਲੋਕਾਂ ਨੂੰ, ਯਾਨੀ ਕਿ ਅਸੀਂ ਆਪਣੇ ਦਰਸ਼ਕਾਂ ਤੱਕ ਨੂੰ ਹੀ ਅੱਜ ਇਹੀ ਸਵਾਲ ਕਰਾਂਗੇ ਕਿ ਵਾਕਈ ਹੀ ਪੰਜਾਬ ਦੇ ਵਿੱਚ ਹਸਪਤਾਲਾਂ ਦੇ ਵਿੱਚ ਆਲ ਇਜ਼ ਵੈਲ ਹੈ। ਸਵਾਲ ਇਸ ਕਰਕੇ ਵੀ ਹੈ ਕਿ ਕਿਉਂ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਤੇ ਹੁਣ ਇਤਬਾਰ ਨਹੀਂ ਹੈ। ਆਮ ਲੋਕਾਂ ਦੇ ਨਾਲ ਕਿ ਸੂਬੇ ਦੇ ਵੀਆਈਪੀਜ਼ ਜਿਨ੍ਹਾਂ ਨੂੰ ਕਰੋਨਾ ਹੋਇਆ ਉਹਨਾਂ ਨੂੰ ਵੀ ਸਰਕਾਰ ਦੀਆਂ ਸਹੂਲਤਾਂ ਤੇ ਭਰੋਸਾ ਨਹੀਂ। ਇਹ ਸਵਾਲ ਇਸ ਕਰਕੇ ਵੀ ਕਿਉਂਕਿ ਲੋਕ ਟੈਸਟ ਕਰਵਾਉਣ ਤੋਂ ਇਨਕਾਰ ਕਰ ਰਹੇ ਨੇ। ਪੰਜਾਬ 'ਚ ਕਈ ਪਿੰਡਾਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਅਸੀਂ ਟੈਸਟਿੰਗ ਟੀਮ ਨੂੰ ਅੰਦਰ ਨਹੀਂ ਆਉਣ ਦੇਣਾ। ਦੂਜੇ ਪਾਸੇ ਹਸਪਤਾਲ ਜਾਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤੇ ਵੀਆਈਪੀਜ਼ ਵੀ ਜਾਂ ਤਾਂ ਪਹੁੰਚਦੇ ਨੇ ਪ੍ਰਾਈਵੇਟ ਹਸਪਤਾਲ ਜਾਂ ਫਿਰ ਘਰ ਦੇ ਵਿੱਚ ਇਕਾਂਤਵਾਸ ਕਰਨਾ ਠੀਕ ਸਮਝਦੇ ਨੇ। ਖੈਰ, ਸਵਾਲ ਬਹੁਤ ਸਾਰੇ ਨੇ, ਉਹਨਾਂ ਦੇ ਉੱਤੇ ਚਰਚਾ ਕਰਾਂਗੇ ਕਿ ਆਖਿਰ ਕਿਉਂ ਲੋਕ ਕਹਿ ਰਹੇ ਨੇ ਕਿ ਕਰੋਨਾ ਤੋਂ ਡਰ ਨਹੀਂ ਲੱਗਦਾ, ਸਰਕਾਰੀ ਹਸਪਤਾਲਾਂ ਤੋਂ ਡਰ ਲੱਗਦਾ ਹੈ। सोशल मीडिया ਤੇ ਕੋਰੋਨਾ ਤੇ ਹਸਪਤਾਲਾਂ ਦੇ ਇਸ ਦੇ ਇਲਾਜ ਪ੍ਰਤੀ ਫੈਲ ਰਹੀਆਂ ਅਫਵਾਹਾਂ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਨੇ। ਡਰ ਇਸ ਕਦਰ ਲੋਕਾਂ ਦੇ ਮਨਾਂ 'ਚ ਘਰ ਕਰ ਚੁੱਕਾ ਹੈ ਕਿ ਲੋਕ ਹੁਣ ਹਸਪਤਾਲ ਜਾਣ ਤੋਂ ਡਰ ਰਹੇ ਨੇ ਅਤੇ ਪੋਜ਼ਿਟਿਵ ਮਰੀਜ਼ ਆਉਣ ਤੇ ਪਿੰਡ 'ਚ ਹੀ ਉਸ ਨੂੰ ਇਕਾਂਤਵਾਸ ਦੇ ਲਈ ਕਹਿ ਰਹੇ ਨੇ। ਤਾਜ਼ਾ ਮਾਮਲਾ ਭਵਾਨੀਗੜ੍ਹ ਦੇ ਪਿੰਡ ਬਲਦ ਕਲਾਂ ਦਾ ਹੈ, ਜਿੱਥੇ ਇੱਕ ਸ਼ਖਸ ਦੇ ਪੋਜ਼ਿਟਿਵ ਆਉਣ ਦੇ ਮਗਰੋਂ ਸਿਹਤ ਵਿਭਾਗ ਦੀ ਟੀਮ ਉਸ ਨੂੰ ਲੈਣ ਪਹੁੰਚੀ, ਪਰ ਪਿੰਡ ਵਾਲੇ ਪੋਜ਼ਿਟਿਵ ਮਰੀਜ਼ ਦੇ ਘਰ ਬਾਹਰ ਇਕੱਠੇ ਹੋ ਗਏ ਅਤੇ ਉਹਨਾਂ ਕਿਹਾ ਕਿ ਉਹ ਮਰੀਜ਼ ਨੂੰ ਹਸਪਤਾਲ ਨਹੀਂ ਜਾਣ ਦੇਣਗੇ। ਪਿੰਡ ਵਾਲਿਆਂ ਨੇ ਕਿਹਾ ਕਿ ਉਹ ਪਿੰਡ 'ਚ ਬਣੀ ਧਰਮਸ਼ਾਲਾ 'ਚ ਹੀ ਕੁਆਰੰਟੀਨ ਕਰ ਦੇਣਗੇ। ਆਉਂਦਾ ਉੱਥੋਂ ਕੋਈ ਸਿਹਤ ਵਿਭਾਗ ਦਾ ਵੀ ਲੈਣ ਵੀ ਹਾਂ ਵੀ ਅਸੀਂ ਲੈ ਕੇ ਜਾਵਾਂਗੇ ਤਾਂ ਅਸੀਂ ਉੱਥੇ ਨਹੀਂ ਲਿਆਉਣ ਦੇਵਾਂਗੇ। ਜੇ ਕੋਈ ਇਦਾਂ ਕੋਈ ਧੱਕਾ ਕਰੂਗਾ ਜੀ ਤਾਂ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਾਂਗੇ। ਅਸੀਂ ਪਿੰਡ ਦੇ ਵਿੱਚ ਸਾਡੇ ਲਵੇ ਸਕੂਲ ਹੋ ਗਿਆ ਜਿੱਦਾਂ, ਤੇ 2-3 ਥਾਈਂ ਅਸੀਂ ਸਪੈਸ਼ਲ ਕਰੀਆਂ ਹੋਈਆਂ ਨੇ ਉਹਦੇ ਵਾਸਤੇ ਕਿ ਉਹਦੇ ਵਿੱਚ ਪੂਰਾ ਕੁਆਰੰਟਾਈਨ ਹੋ ਜਾਊਗਾ ਜੀ। ਤੇ ਮੇਰੇ ਘਰ ਵਾਲੇ ਦਾ ਟੈਸਟ ਫੈਕਟਰੀ ਵੱਲੋਂ ਕਰਵਾਇਆ ਗਿਆ ਸੀ ਨਾ, ਉਹਨੂੰ ਖੰਘ ਜ਼ੁਕਾਮ ਬੁਖਾਰ ਕੁਝ ਨਹੀਂ ਸੀਗਾ, ਕੋਈ ਲੱਛਣ ਨਹੀਂ, ਕੋਈ ਲੱਛਣ ਸੀ। ਸਾਰਾ ਕੰਮ ਕਰਦੇ ਸੀਗੇ, ਕੋਈ ਡੰਗਰਾਂ ਨੂੰ ਕੱਖ ਵੰਡਾ, ਸਾਰਾ ਕੁਝ ਠੀਕ ਠਾਕ ਨਹੀਂ ਤੇ ਉਹਨਾਂ ਨੇ ਪੋਜ਼ਿਟਿਵ ਕਰਤਾ। ਅਸੀਂ ਕਿਵੇਂ ਮੰਨ ਲਏ? ਅਸੀਂ ਇਹ ਵਿਸ਼ੇ ਤੇ ਬੈਠੇ ਹਾਂ ਕਿ ਉਹਨਾਂ ਨੂੰ ਲਿਆਉਣ ਨੂੰ ਕਹਿੰਦੇ ਨੇ ਸਿਹਤ ਵਿਭਾਗ ਵਾਲੇ, ਅਸੀਂ ਨਹੀਂ ਤੋਰਾਂਗੇ। ਉਧਰ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਉਹ ਮਰੀਜ਼ ਨੂੰ ਨਾਲ ਲੈ ਜਾ ਉਸ ਦੀ ਦੇਖਭਾਲ ਕਰ ਸਕਣਗੇ, ਪਰ ਜੇਕਰ ਪਿੰਡ ਵਾਲਿਆਂ ਨੇ ਨਹੀਂ ਜਾਣ ਦਿੱਤਾ ਤਾਂ ਫਿਰ ਮਰੀਜ਼ ਦੀ ਜ਼ਿੰਮੇਵਾਰੀ ਪੰਚਾਇਤ ਦੀ ਹੋਵੇਗੀ। ਦੇਖੋ, ਸੋਸ਼ਲ ਮੀਡੀਆ ਤੇ ਤਕਰੀਬਨ ਬਹੁਤ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇਗੀਆਂ, ਜਿਹਦੇ ਵਿੱਚ ਮਤਲਬ ਮੇਨ ਮਕਸਦ ਉਹਨਾਂ ਦਾ ਇਹ ਹੋਇਆ ਪਿਆਗਾ ਵੀ ਮਨੁੱਖੀ ਅੰਗਾਂ ਦੀ ਤਸਕਰੀ ਹੋ ਰਹੀ ਹੈਗੀ। ਉਹ ਤੋਂ ਸਾਰੇ ਪਿੰਡ ਵਾਲੇ ਕੀ ਪੂਰੀ ਦੁਨੀਆ ਡਰੀ ਹੋਈ ਹੈਗੀ। ਉਹਨਾਂ ਕਰੋਨਾ ਤੋਂ ਨਹੀਂ ਡਰ ਰਹੇ ਜਿੰਨਾ ਇਸ ਗੱਲ ਤੋਂ ਅਸੀਂ ਡਰੇ ਹੋਏ ਹਾਂਗੇ। ਤੇ ਅੱਗੇ ਜਦੋਂ ਸਿਹਤ ਵਿਭਾਗ ਵੱਲੋਂ ਚਲੋ ਅਸੀਂ ਉਹਨਾਂ ਦੇ ਨਾਲ ਆਂਗੇ, ਉਹ ਕਹਿ ਰਹੇ ਨੇ ਕੁਆਰੰਟੀਨ ਕਰਨ ਨੂੰ, ਤਾਂ ਸਾਡੇ ਕੋਲ ਬਿਲਡਿੰਗਸ ਹੈਗੀਆਂ ਨੇਗੀਆਂ। ਅਸੀਂ ਪਿੰਡ ਦੇ ਨਾਲ ਆ, ਪਰ ਪਿੰਡ ਵਾਲੇ ਚਾਹੁੰਦੇ ਨੇ ਕਿ ਉਹਨਾਂ ਨੂੰ ਕਿਤੇ ਸ਼ਿਫਟ ਨਾ ਕੀਤਾ ਜਾਵੇ, ਪਿੰਡ ਦੇ ਵਿੱਚ ਹੀ ਰੱਖਿਆ ਜਾਵੇ। ਜੇ ਪਿੰਡ ਵਾਲੇ ਰਿਸਪੌਂਸੀਬਲ ਨੇ, ਆਪਣੀ ਰਿਸਪੌਂਸਿਬਿਲਟੀ ਲੈਂਦੇ ਨੇ, ਤਾਂ ਅਸੀਂ ਪਿੰਡ ਦੇ ਨਾਲ ਹੀ ਆ, ਉਹਨਾਂ ਨੂੰ ਇੱਥੇ ਕੁਆਰੰਟਾਈਨ ਕਰਨ ਲਈ ਤਿਆਰ ਆ। ਤੇ ਪਰ ਪਿੰਡ ਦੀ ਜ਼ਿੰਮੇਵਾਰੀ ਹੋਊਗੀ ਸਰਪੰਚ ਸਾਹਿਬ ਦੀ, ਇੱਥੋਂ ਦੀ ਪੰਚਾਇਤ ਦੀ। ਗੌਰਤਲਬ ਹੈ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪਿੰਡ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇੱਥੋਂ ਤੱਕ ਕਿ ਕਈ ਥਾਵੀਂ ਸੈਂਪਲ ਲੈਣ ਗਏ ਟੀਮਾਂ ਤੇ ਹਮਲਾ ਵੀ ਹੋ ਚੁੱਕਾ ਹੈ। ਪਰ ਅਜਿਹੇ 'ਚ ਜਿੱਥੇ ਸਿਹਤ ਵਿਭਾਗ ਨੂੰ ਲੋਕਾਂ ਦੇ ਮਨ 'ਚੋਂ ਡਰ ਕੱਢਣ ਦੀ ਲੋੜ ਹੈ, ਉੱਥੇ ਲੋਕਾਂ ਨੂੰ ਅਫਵਾਹਾਂ ਤੋਂ ਬਚ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਵੀ ਲੋੜ ਹੈ ਤਾਂ ਜੋ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ। ਭਵਾਨੀਗੜ੍ਹ ਤੋਂ ਰਵੀ ਆਜ਼ਾਦ, ਨਿਊਜ਼ 18 ਪੰਜਾਬ। ਤਾਂ ਇਸ ਲਈ ਤੁਹਾਨੂੰ ਇੱਕ ਮਾਮਲਾ ਦੱਸਿਆ ਭਵਾਨੀਗੜ੍ਹ ਦੇ ਇੱਕ ਪਿੰਡ ਤੋਂ। ਦਰਅਸਲ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕਿਸੇ ਪਿੰਡ ਦੇ ਵੱਲੋਂ ਇਹ ਮਤਾ ਪਾਸ ਕਰ ਦਿੱਤਾ ਗਿਆ ਕਿ ਅਸੀਂ ਟੈਸਟ ਨਹੀਂ ਕਰਵਾਉਣਾ, ਅਸੀਂ ਹਸਪਤਾਲ ਨਹੀਂ ਜਾਣਾ। ਬਹੁਤ ਸਾਰੇ ਲੋਕ ਸਾਨੂੰ ਵੀ ਫੋਨ ਕਰਕੇ ਦੱਸਦੇ ਨੇ ਕਿ ਹਸਪਤਾਲਾਂ ਦੇ ਵਿੱਚ ਇੰਤਜ਼ਾਮ ਸਹੀ ਨਹੀਂ, ਕਿ ਵਾਕਈ ਇਸ ਸਮੇਂ ਹਸਪਤਾਲਾਂ 'ਚ ਇਲਾਜ ਨਹੀਂ ਹੋ ਰਿਹਾ ਜਾਂ ਠੀਕ ਹੋ ਰਿਹਾ ਜਾਂ ਨਹੀਂ ਹੋ ਰਿਹਾ। ਅਸੀਂ ਆਪਣੇ ਦਰਸ਼ਕਾਂ ਨੂੰ ਵੀ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ।
ਸਾਡਾ ਅੱਜ ਦਾ ਸਵਾਲ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛ ਰਹੇ ਹਾਂ ਬਹੁਤ ਸਿੱਧਾ ਸਵਾਲ ਹੈ, ਤੁਸੀਂ ਇਸ ਦੇ ਉੱਤੇ ਆਪਣੀ ਰਾਏ ਹਾਂ ਜਾਂ ਨਾ ਦੇ ਵਿੱਚ ਦੇਣੀ ਹੈ। ਸਵਾਲ ਹੈ ਕਿ ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਦੀ ਸਹੀ ਦੇਖਭਾਲ ਹੋ ਰਹੀ ਹੈ। ਅਸੀਂ ਕਰੋਨਾ ਕਾਲ ਦੇ ਦੌਰਾਨ ਦਾ ਇਹ ਪੂਰਾ ਮਾਮਲਾ ਪੁੱਛ ਰਹੇ ਹਾਂ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਕਰੋਨਾ ਦੇ ਮਰੀਜ਼ਾਂ ਦੀ ਸਹੀ ਦੇਖਭਾਲ ਹੋ ਰਹੀ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਦੇਖਭਾਲ ਹੋ ਰਹੀ ਹੈ, ਇਸ ਦੇ ਵਿੱਚ ਕੋਈ ਦਿੱਕਤ ਨਹੀਂ, ਤਾਂ ਤੁਸੀਂ ਆਪਣਾ ਮੈਸੇਜ ਹਾਂ ਦੇ ਵਿੱਚ ਭੇਜੋ। ਕਿਵੇਂ ਭੇਜਣਾ ਉਹ ਮੈਂ ਤੁਹਾਨੂੰ ਦੱਸ ਦਿਆਂ। ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਕਿ ਨਹੀਂ ਹਸਪਤਾਲਾਂ ਦੇ ਵਿੱਚ ਇੰਤਜ਼ਾਮ ਮੁਕੰਮਲ ਨਹੀਂ, ਉੱਥੇ ਨਹੀਂ ਤਰੀਕੇ ਦੇ ਨਾਲ ਜਿਹੜਾ ਹੋਣਾ ਚਾਹੀਦਾ ਇੰਤਜ਼ਾਮ ਨਹੀਂ ਹੈਗੇ ਨੇ, ਤਾਂ ਫਿਰ ਤੁਸੀਂ ਇਸ ਨੂੰ ਭੇਜੋ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ N ਤੇ ਇਸ ਨੂੰ ਭੇਜਣਾ ਤੁਸੀਂ 56677 ਦੇ ਉੱਤੇ। ਅਸੀਂ ਪੂਰੇ ਐਪੀਸੋਡ ਦੇ ਵਿੱਚ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਹਮਣੇ ਸਵਾਲ ਰੱਖਦੇ ਰਹਾਂਗੇ ਤੇ ਬਿਲਕੁਲ ਪ੍ਰੋਗਰਾਮ ਦੇ ਅੰਤ ਦੇ ਵਿੱਚ ਜਾ ਕੇ ਅਸੀਂ ਆਪਣੇ ਦਰਸ਼ਕਾਂ ਦੀ ਰਾਏ ਵੀ ਸਾਂਝੀ ਕਰਾਂਗੇ ਕਿ ਸਾਡੇ ਦਰਸ਼ਕਾਂ ਦੀ ਰਾਏ ਆਖਿਰ ਹੈ ਕਿ ਸਾਡੇ ਦਰਸ਼ਕ ਆਖਿਰ ਕੀ ਰਾਏ ਇਸ ਪੂਰੇ ਮੁੱਦੇ ਦੇ ਉੱਤੇ ਰੱਖਦੇ ਨੇ। ਤਾਂ ਅਸੀਂ ਆਪਣੀ ਚਰਚਾ ਦੀ ਸ਼ੁਰੂਆਤ ਕਰਾਂਗੇ। ਇਸ ਵਿਚਾਲੇ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਦਿਖਾਈਏ ਕਿ ਜਿਹੜੇ VIPs ਕਰੋਨਾ ਦੀ ਲਪੇਟ ਦੇ ਵਿੱਚ ਆਏ ਨੇ, ਪੰਜਾਬ ਦੇ ਵਿਧਾਇਕ ਮੰਤਰੀ, ਉਹਨਾਂ ਨੇ ਆਪਣਾ ਇਲਾਜ ਕਿਵੇਂ ਤੇ ਕਿੱਥੇ ਕਰਵਾਇਆ, ਕਿਉਂਕਿ ਇਸ ਸਮੇਂ ਸਵਾਲ ਤਾਂ ਇਹ ਵੀ ਉੱਠਦਾ ਹੈ ਕਿ ਵਾਕਈ ਹੀ ਜੇਕਰ ਇੰਤਜ਼ਾਮ ਮੁਕੰਮਲ ਨੇ ਤਾਂ ਫਿਰ ਇਲਾਜ ਤਾਂ ਸਰਕਾਰੀ ਹਸਪਤਾਲਾਂ 'ਚ ਹੀ ਹੋਣਾ ਚਾਹੀਦਾ ਹੈ। ਮੈਂ ਉਹਦੇ ਉੱਤੇ ਆਵਾਂਗੇ। ਇਸ ਵਿਚਾਲੇ ਸਾਡੇ ਨਾਲ ਮਹਿਮਾਨ ਜੁੜਨੇ ਸ਼ੁਰੂ ਹੋ ਚੁੱਕੇ ਨੇ। ਸਾਡੇ ਨਾਲ ਡਾਕਟਰ ਰਜਿੰਦਰ ਭੂਸ਼ਣ ਜੀ ਜੁੜ ਰਹੇ ਨੇ, ਮੈਡੀਕਲ ਸਪੈਸ਼ਲਿਸਟ ਨੇ। ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਥੋੜੀ ਦੇਰ ਦੇ ਵਿੱਚ ਸਾਡੇ ਨਾਲ ਜੁੜਨਗੇ ਰਾਜਕੁਮਾਰ ਚੱਬੇਵਾਲ ਜੀ, ਕਾਂਗਰਸ ਦੇ ਵਿਧਾਇਕ ਨੇ, ਉਹਨਾਂ ਤੋਂ ਵੀ ਅਸੀਂ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ ਹੀ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਹਰੀਸ਼ ਰਾਏ ਢਾਂਡਾ ਵੀ ਜੁੜਨਗੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਨਾਲ ਜੋੜੀਏ ਤੇ ਕੁਝ ਉਹਨਾਂ ਵਿਧਾਇਕਾਂ ਨੂੰ ਵੀ ਨਾਲ ਜੋੜੀਏ ਜਿਨ੍ਹਾਂ ਨੂੰ ਕਰੋਨਾ ਨੇ ਆਪਣੇ ਕਲਾਵੇ ਦੇ ਵਿੱਚ ਲਿਆ। ਸਭ ਦੇ ਨਾਲ ਗੱਲਬਾਤ ਹੋਏਗੀ। ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਡਾਕਟਰ ਰਜਿੰਦਰ ਭੂਸ਼ਣ ਜੀ ਦੇ ਨਾਲ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਤੋਂ ਸਵਾਗਤ ਕਰ ਰਹੇ ਹਾਂ। ਮੇਰਾ ਪਹਿਲਾ ਸਵਾਲ ਇਹ ਹੈ ਕਿ ਲੋਕ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਚੁੱਕ ਰਹੇ ਨੇ, ਸਾਡੇ ਤੱਕ ਮੈਸੇजेस ਵੀ ਬਹੁਤ ਪਹੁੰਚਦੇ ਨੇ ਤੇ ਦੂਜੇ ਪਾਸੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਇਸ ਦਾ ਜ਼ਿਕਰ ਹੋ ਰਿਹਾ ਕਿ ਅਸੀਂ ਹਸਪਤਾਲ 'ਚ ਦਾਖਲ ਨਹੀਂ ਹੋਣਾ। ਮੈਂ ਤੁਹਾਡਾ ਫਰਸਟ ਟੇਕ ਚਾਹੂੰਗਾ ਕਿ ਸਰਕਾਰੀ ਹਸਪਤਾਲਾਂ ਦੇ ਇੰਤਜ਼ਾਮ ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਕਿਉਂਕਿ ਮੈਂ ਤੁਹਾਡੇ ਇਹ ਵੀ ਜ਼ਿਹਨ ਦੇ ਵਿੱਚ ਲਿਆਦਾ ਕਿਉਂਕਿ ਬਹੁਤ ਸਾਰੇ ਮਾਮਲੇ ਨੇ ਸਾਡੇ ਇਸ ਸਮੇਂ ਪੰਜਾਬ ਦੇ ਵਿੱਚ, ਤੁਸੀਂ ਦੇਖੋ ਤਾਂ ਮਾਮਲਿਆਂ ਦੀ ਗਿਣਤੀ ਲਗਾਤਾਰ 1500 1600 ਰੋਜ਼ ਨਵੇਂ ਕੇਸ ਆਉਂਦੇ ਨੇ। ਡਾਕਟਰ ਸਾਹਿਬ ਹਾਂਜੀ, ਪਹਿਲਾਂ ਤਾਂ ਮੈਂ ਇਹੀ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਸਰਕਾਰੀ ਹਸਪਤਾਲ ਇਸ ਟਾਈਮ ਪੂਰੇ ਆਕੂਪਾਈਡ ਹਨ, ਸਾਰੇ ਸੂਬੇ ਦੇ ਹਸਪਤਾਲ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। 3 ਲੈਵਲ ਦੇ ਸਰਕਾਰ ਨੇ ਹਸਪਤਾਲ ਬਣਾਏ ਹੈ, L1, L2 ਤੇ L3। ਜਿੱਥੇ L1 ਹੈ ਉੱਥੇ ਅਸੀਂ ਬਿਲਕੁਲ ਹਲਕੇ ਮਰੀਜ਼ ਜਿਹੜੇ ਏਸਿਮਟੋਮੈਟਿਕ ਜਾਂ ਮਾਈਲਡ ਸਿੰਪਟੋਮੈਟਿਕ ਮਰੀਜ਼ ਰੱਖਦੇ ਹਾਂ, ਜਿਨ੍ਹਾਂ ਨੂੰ ਘਰੇ ਹੋਮ ਆਈਸੋਲੇਸ਼ਨ 'ਚ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਦੇ ਘਰੇ ਸਪੋਜ਼ ਸੈਪਰੇਟ ਬਾਥਰੂਮ ਨਹੀਂ ਹੈ, ਘਰੇ ਸੈਪਰੇਟ ਰੂਮ ਨਹੀਂ ਹੈ, ਉਹਨਾਂ ਨੂੰ ਅਸੀਂ L ਲੈਵਲ ਦੇ ਹਸਪਤਾਲਾਂ 'ਚ ਰੱਖਦੇ ਹਨ। L ਲੈਵਲ ਦੇ ਹੋਸਟਲ ਟਾਈਪ ਹੈ, ਉੱਥੇ ਪੂਰਾ ਉਹਨਾਂ ਦਾ ਖਾਣ ਪੀਣ ਦਾ, ਦਵਾਈ ਦਾ ਪੂਰਾ ਇੰਤਜ਼ਾਮ ਹੈ। ਮੋਸਟਲੀ ਅਸੀਂ ਪ੍ਰੈਫਰ ਕਰਦੇ ਮਰੀਜ਼ ਨੂੰ ਘਰੇ ਰੱਖਣਾ, ਪਰ ਕੁਝ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਘਰੇ ਰੱਖਣ ਦੀ ਪ੍ਰੋਬਲਮ ਹੈ ਉਹਨਾਂ ਨੂੰ L2, L1 ਮਰੀਜ਼ ਉੱਥੇ ਰੱਖਦੇ ਹਨ। ਅਪਰੋਕਸੀਮੇਟਲੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਹੋ ਚੁੱਕੀ ਹੈ, 70-80% ਮਰੀਜ਼ L1 ਲੈਵਲ ਦੇ ਹੁੰਦੇ ਹਨ। ਉਸ ਤੋਂ ਦੂਸਰੇ ਹਸਪਤਾਲਾਂ ਦੇ L2, ਜਿਵੇਂ ਸਾਡਾ ਮੋਹਾਲੀ ਸਿਵਲ ਹਸਪਤਾਲ L2 ਲੈਵਲ ਦਾ ਹੈ। ਇੱਥੇ ਅਸੀਂ ਜਿਹੜੇ ਮਰੀਜ਼ ਬਿਮਾਰ ਹੁੰਦੇ ਹਨ, ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਹੈ, ਇਹ L2 ਲੈਵਲ ਦੇ ਮਰੀਜ਼ ਆਉਂਦੇ ਹਨ। ਇਹ ਮੋਹਾਲੀ ਵਿੱਚ ਇੱਕ ਸਾਡਾ ਸਿਵਲ ਹਸਪਤਾਲ ਹੈ ਤੇ ਇੱਕ ਇੱਥੇ ਗਿਆਨ ਸਾਗਰ ਸਾਡਾ ਹੈ, ਜਿਹੜਾ L2 ਤੇ L3 ਦੋਨੇ ਹਨ। ਉੱਥੇ 300 ਬੈੱਡ ਹਨ। ਸਾਡੇ ਕੋਲ ਇੱਥੇ ਮੋਹਾਲੀ ਸਿਵਲ ਹਸਪਤਾਲ ਵਿੱਚ 20 ਦੇ ਕਰੀਬ ਬੈੱਡ ਡੈਡੀਕੇਟਡ ਬੈੱਡ ਹੈ ਫॉर ਕਰੋਨਾ ਮਰੀਜ਼ਾਂ ਲਈ, ਜਿਹੜੇ ਸਿਰਫ ਕਰੋਨਾ ਮਰੀਜ਼ਾਂ ਲਈ ਬੈੱਡ ਹਨ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਬਹੁਤ ਮਰੀਜ਼ ਆ ਰਹੇ ਆ ਸਾਡੇ ਕੋਲ, ਤਾਂ ਬੈੱਡਾਂ ਦੀ ਬਲਕਿ ਪ੍ਰੋਬਲਮ ਆ ਰਹੀ ਹੈ। ਜਿੰਨੇ ਮਰੀਜ਼ ਆ ਰਹੇ ਆ ਬੈੱਡ ਹੈ ਨਹੀਂ ਉਹਨੇ, ਫਿਰ ਵੀ ਸਾਰਾ ਗੌਰਮੈਂਟ ਨੇ ਕੀਤਾ ਹੈ। ਉਸ ਤੋਂ ਬਾਅਦ ਸਾਡੇ ਕੋਲ L3 ਦੇ 3 ਹਸਪਤਾਲ ਹੈਗੇ, ਜਿਵੇਂ ਗਿਆਨ ਸਾਗਰ ਹੈ ਉਹ L3 ਦਾ ਹਸਪਤਾਲ ਹੈ, ਗੌਰਮੈਂਟ ਮੈਡੀਕਲ ਕਾਲਜ ਪਟਿਆਲਾ ਉਹ L3 ਦਾ ਹਸਪਤਾਲ ਹੈ। ਇਸ ਤੋਂ ਬਿਨਾਂ ਕੁਝ ਪ੍ਰਾਈਵੇਟ ਹਸਪਤਾਲਾਂ ਵੀ ਗੌਰਮੈਂਟ ਦਾ MUO ਹੈ, ਮੈਮੋਰੰਡਮ ਆਫ ਅੰਡਰਸਟੈਂਡਿੰਗ, ਜਿਸ ਦੇ ਅੰਦਰ ਤੁਸੀਂ ਸਮਝਾ ਰਹੇ ਹੋ ਲੋਕਾਂ ਨੂੰ। ਉਮੀਦ ਹੈ ਕਿ ਸਾਰੀਆਂ ਚੀਜ਼ਾਂ ਪਤਾ ਲੱਗ ਰਹੀਆਂ ਹੋਣਗੀਆਂ। ਮੇਰਾ ਇੱਕ ਬਹੁਤ ਸਿੱਧਾ ਜਿਹਾ ਸਵਾਲ ਹੈ ਕਿ ਆਖਿਰ ਫਿਰ ਲੋਕ ਕਿਉਂ ਹਸਪਤਾਲਾਂ ਤੋਂ ਕਿਨਾਰਾ ਕਰ ਰਹੇ ਨੇ? ਬਹੁਤ ਸਾਰੇ ਲੋਕਾਂ ਦਾ ਇਹ ਇਲਜ਼ਾਮ ਹੈ ਕਿ ਕੋਈ ਪੁੱਛਦਾ ਨਹੀਂ, ਉੱਥੇ ਅੰਦਰ ਸਫਾਈ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ। ਇਨਫੈਕਟ ਜਿਹੜੀ ਬੈੱਡ ਵਾਲੀ ਵੀ ਇੱਕ ਪ੍ਰੋਬਲਮ ਹੈ ਕਿ ਬੈੱਡਸ ਨਹੀਂ ਮਿਲਦੇ ਉੱਥੇ, ਤਾਂ ਦਿੱਕਤ ਤਾਂ ਹੈ। ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਪ੍ਰੋਬਲਮ ਹੋ ਸਕਦੀ ਹੈ ਜੇ ਕੇਸਿਸ ਵੱਧਦੇ ਨੇ? ਸਾਡੇ ਕੋਲ ਐਕਟਿਵ ਕੇਸ ਜੇ ਜ਼ਿਆਦਾ ਹੋ ਗਏ। ਇਹ ਦੇਖੋ ਦਿੱਕਤ ਹੈ, ਪਰ ਬਹੁਤ ਤੇਜ਼ੀ ਨਾਲ ਉਸ ਇੰਪਰੂਵਮੈਂਟ ਕੀਤੀ ਜਾ ਰਹੀ ਹੈ। ਜਿਸ ਤਰ੍ਹਾਂ ਵੀ ਹੋ ਰਿਹਾ, ਡੇਲੀ ਸਮਾਨ ਆ ਰਿਹਾ, ਡੇਲੀ ਭਰਤੀ ਹੋ ਰਹੀ ਹੈ, ਨਵੀਆਂ ਚੀਜ਼ਾਂ ਆ ਰਹੀਆਂ, ਨਵਾਂ ਸਮਾਨ ਆ ਰਿਹਾ ਤੇ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਸਾਰੇ ਮਰੀਜ਼ਾਂ ਨੂੰ ਬੈੱਡ ਮਿਲ ਰਹੇ ਹੈ। ਜਿਹੜੇ ਮਰੀਜ਼ ਨੂੰ ਜ਼ਰੂਰਤ ਹੈ
ਥੋੜਾ ਚਲੋ 2-3 ਘੰਟੇ ਵੇਟਿੰਗ ਪੀਰੀਅਡ ਮਰੀਜ਼ ਤਿਆਰ ਕਰਨ ਤੇ, ਕੋਈ ਮਰੀਜ਼ ਨੂੰ ਛੁੱਟੀ ਕਰਦੇ ਆ, ਉਹ ਬੈੱਡ ਨੂੰ ਕਮਰੇ ਨੂੰ ਅਸੀਂ ਸਾਫ਼ ਕਰਨਾ ਹੁੰਦਾ ਹੈ, ਸੈਨੀਟਾਈਜ਼ ਕਰਨਾ ਹੁੰਦਾ ਹੈ। ਕਈ ਵਾਰੀ ਇਸ ਤਰ੍ਹਾਂ 2-4 ਘੰਟੇ ਦਾ ਵੇਟਿੰਗ ਪੀਰੀਅਡ ਹੁੰਦਾ, ਪਰ ਇਸ ਤੋਂ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਹੈ। ਬੈੱਡ ਨੂੰ ਇੰਤਜ਼ਾਮ ਕਰਨਾ, ਪੇਸ਼ੈਂਟ ਨੂੰ ਸ਼ਿਫਟ ਕਰਨਾ, ਤੇ ਕੋਈ ਇਸ ਤਰ੍ਹਾਂ ਮੁਹਾਲੀ ਐਟਲੀਸਟ ਮੇਰੀ ਨਿਗਾਹ 'ਚ ਇਸ ਤਰ੍ਹਾਂ ਕੋਈ ਕੇਸ ਨਹੀਂ ਆਇਆ। ਜਿੰਨੇ ਵੀ ਪੇਸ਼ੈਂਟ ਆ ਰਹੇ ਬਹੁਤ ਵਧੀਆ ਠੀਕ ਹੋ ਜਾ ਰਹੇ, ਬਹੁਤ ਪੇਸ਼ੈਂਟ ਸਾਨੂੰ ਥੈਂਕਸ ਬਾਅਦ 'ਚ ਕਰਦੇ ਆ, ਬਹੁਤ ਪੇਸ਼ੈਂਟ ਸਾਡੇ ਠੀਕ ਹੋ ਗਏ। ਕੁਝ ਪੇਸ਼ੈਂਟ ਸਾਨੂੰ ਭੇਜਣੇ ਪੈ ਰਹੇ, ਜਿਵੇਂ ਪਹਿਲਾਂ ਵੀ ਦੱਸਿਆ, ਚਲੋ ਜਿਹੜੇ ਵੀ ਪੇਸ਼ੈਂਟ ਹੁੰਦੇ L2 ਜਾਂ L3 ਤੇ ਗਿਆਨ ਸਾਗਰ ਜਾਂ ਅਸੀਂ ਪਟਿਆਲੇ ਭੇਜਦੇ ਹਾਂ, ਉੱਥੇ ਵੀ ਸਾਡਾ 24 ਆਵਰਸ ਉਹਨਾਂ ਦੀ ਸਰਵਿਸ ਹੈਗੀ ਜੀ। 24 ਘੰਟੇ ਸਾਡੇ ਗਰੁੱਪ 'ਚ ਅਸੀਂ ਪਾਉਂਦੇ ਹਾਂ, ਤੇ ਉਸੇ ਟਾਈਮ ਹੀ ਪਰਮਿਸ਼ਨ ਆ ਜਾਂਦੀ, ਨਾਲ ਦੀ ਨਾਲ ਅਸੀਂ ਸ਼ਿਫਟ ਕਰ ਦਿੰਦੇ ਹਾਂ। ਸ਼ਿਫਟ ਕਰਨ ਲਈ ਸਾਰੀਆਂ ਮੋਸਟ ਐਡਵਾਂਸ ਐਂਬੂਲੈਂਸਿਸ ਗਵਰਨਮੈਂਟ ਨੇ ਦਿੱਤੀਆਂ ਹੋਈਆਂ, ਜਿਹਦੇ ਵਿੱਚ ਵੈਂਟੀਲੇਟਰ, ਆਕਸੀਜਨ, ਟ੍ਰੇਨਡ ਪੈਰਾਮੈਡੀਕਲ ਸਟਾਫ ਹੈ। ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ। ਦੇਖੋ ਬਿਮਾਰੀ ਇਸ ਤਰ੍ਹਾਂ ਕੁਛ ਚਲੋ ਹੈ, ਬਿਮਾਰੀ ਕਰਕੇ ਕੁਛ ਮਰੀਜ਼ ਸੀਰੀਅਸ ਹੁੰਦੇ ਆ, ਉਹਨਾਂ ਨੂੰ ਪ੍ਰੋਬਲਮ। ਜੀ ਜੀ ਠੀਕ ਹੈ, ਮੈਂ ਇੱਕ ਹੋਰ ਚੀਜ਼ ਸਮਝਣੀ ਚਾਹੁੰਦਾ, ਮੈਂ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਕੋਸ਼ਿਸ਼ ਕਰਾਂਗੇ ਕਿ ਨਾਲ ਜੋੜੀਏ। ਡਾਕਟਰ ਸਾਹਿਬ, ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ ਕਿ ਇਸ ਸਮੇਂ ਕੀ ਪੂਰਾ ਪ੍ਰੋਸੈਸ ਅਪਣਾਇਆ ਜਾ ਰਿਹਾ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਘਰ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ ਹੈ, ਆਈਸੋਲੇਟ ਕੀਤਾ ਗਿਆ, ਤਾਂ ਮੌਜੂਦਾ ਸਮੇਂ ਦੇ ਵਿੱਚ ਜ਼ਿਆਦਾ ਲੋਕਾਂ ਨੂੰ ਘਰਾਂ ਦੇ ਵਿੱਚ ਆਈਸੋਲੇਟ ਹੀ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ, ਸਿੰਪਟਮਸ ਹੁੰਦੇ ਨੇ, ਜਾਂ ਫਿਰ ਜਿਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਹੋਵੇ ਉਹਨਾਂ ਨੂੰ ਹੀ ਹਸਪੀਟਲਾਈਜ਼ ਕੀਤਾ ਜਾ ਰਿਹਾ। ਦੇਖੋ ਬਿਲਕੁਲ ਸਹੀ ਗੱਲ ਹੈ, ਜਿਹੜੇ ਬਹੁਤ ਸਾਰੇ ਮਰੀਜ਼ ਅਸੀਂ ਘਰੇ ਹੋਮ ਆਈਸੋਲੇਸ਼ਨ ਕਰਦੇ ਹਾਂ, ਜਿਨ੍ਹਾਂ ਵਿੱਚ ਬਿਲਕੁਲ ਜੋ ਏਸਿਮਟੋਮੈਟਿਕ ਮਰੀਜ਼ ਹੈ, ਜਿਹਨਾਂ ਨੂੰ ਬਿਲਕੁਲ ਹਲਕੀ ਜਿਹੀ ਤਕਲੀਫ ਹੁੰਦੀ ਹੈ, ਜਿਨ੍ਹਾਂ ਦੀ ਆਕਸੀਜਨ ਲੈਵਲ ਨਾਰਮਲ ਚੱਲ ਰਿਹਾ, 98 ਤੋਂ ਉੱਪਰ ਚੱਲ ਰਿਹਾ, ਉਹਨਾਂ ਨੂੰ ਅਸੀਂ ਘਰੇ ਕਰਦੇ ਹਾਂ। ਉਹਨਾਂ ਨੂੰ ਹਰੇਕ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਤੁਸੀਂ ਆਪਣੀ ਆਕਸੀਜਨ ਚੈੱਕ ਕਰਨੀ ਹੈ। ਕਿਸੇ ਟਾਈਮ ਵੀ ਉਹਨਾਂ ਨੂੰ ਲੱਗੇ ਕੋਈ ਪ੍ਰੋਬਲਮ ਹੈ ਤਾਂ ਉਸੇ ਟਾਈਮ ਉਹਨਾਂ ਨੂੰ ਹਸਪੀਟਲ 'ਚ ਸ਼ਿਫਟ ਕਰ ਲੈਂਦੇ ਹਾਂ। 24 ਆਵਰ ਸਾਡਾ ਚੱਲਦਾ ਰਹਿੰਦਾ ਹੈ, ਸਾਡੇ ਗਰੁੱਪ ਪੇਸ਼ੈਂਟ ਦੇ ਸਾਡੇ ਮੈਸੇਜ ਆਉਂਦੇ ਰਹਿੰਦੇ। ਹਰੇਕ ਏਰੀਆ 'ਚ ਅਸੀਂ ਡਾਕਟਰ ਡੈਡੀਕੇਟ ਕੀਤੇ ਹੋਏ ਹੈ, ਉਹ ਡਾਕਟਰ ਨੂੰ ਕੰਟੈਕਟ ਕਰਦੇ ਆ, ਡਾਕਟਰ ਅੱਗੇ ਸਾਨੂੰ ਕੰਟੈਕਟ ਕਰਦੇ ਆ, ਜਿਹੜੇ ਵੀ ਉਸ ਏਰੀਆ ਦੇ ਲੋਕਲ ਡਾਕਟਰ ਹੈ। ਤੇ ਕੋਈ ਅੱਜ ਤੱਕ ਸਾਨੂੰ ਮੁਹਾਲੀ 'ਚ ਮੈਂ ਪੱਕਾ ਗਰੰਟੀ ਕਹਿੰਦਾ ਵੀ ਕੋਈ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਅੱਜ ਤੱਕ। ਦੋ ਜਦੋਂ ਵੀ ਘਰੇ ਪ੍ਰੋਬਲਮ ਆਈ ਤਾਂ ਅਸੀਂ ਇਮੀਡੀਏਟਲੀ ਉਹਨੂੰ ਸ਼ਿਫਟ ਕਰ ਦਿੱਤਾ। ਮੈਂ ਇੱਕ ਤੁਹਾਡੇ ਤੋਂ ਜੀ ਚਲੋ ਮੈਂ ਇੱਕ ਹੋਰ ਤੁਹਾਡੇ ਤੋਂ ਚੀਜ਼ ਸਮਝਣੀ ਚਾਹੁੰਦਾ ਕਿ ਜਿਹੜੇ ਇਹ ਪਿੰਡਾਂ ਦੇ ਵਿੱਚ ਦਿੱਕਤ ਆ ਰਹੀ ਹੈ, ਹੋ ਸਕਦਾ ਹੈ ਕਿ ਤੁਹਾਡੇ ਜ਼ਿਲ੍ਹੇ ਤੋਂ ਬਾਹਰ ਹੋਵੇ, ਇਹਨਾਂ ਦੇ ਲਈ ਕੀ ਪਲਾਨ ਹੈ ਕਿ ਬਾਕੀ ਉੱਥੇ ਟੈਸਟਿੰਗ ਪਿੰਡ ਦੇ ਵਿੱਚ ਜਾ ਕੇ ਹੋਏਗੀ? ਕਿਉਂਕਿ ਬਹੁਤ ਸਾਰੇ ਪਿੰਡ ਕਹਿ ਰਹੇ ਨੇ ਕਿ ਅਸੀਂ ਤਾਂ ਟੈਸਟਿੰਗ ਨਹੀਂ ਕਰਵਾਉਣੀ, ਕਈ ਲੋਕ ਕਹਿ ਰਹੇ ਨੇ ਕਿ ਨਹੀਂ ਅਸੀਂ ਟੈਸਟਿੰਗ ਨਹੀਂ ਕਰਵਾਉਣੀ, ਸਾਨੂੰ ਜਾ ਕੇ ਸਰਕਾਰੀ ਹਸਪਤਾਲ ਲੈ ਕੇ ਜਾਣਗੇ ਤਾਂ ਉਹ ਦਿੱਕਤ ਹੋਏਗੀ ਸਾਨੂੰ। ਉਹਨਾਂ ਦੇ ਲਈ ਵੀ ਕੋਈ ਪਲਾਨ ਹੈ ਕਿ ਲੋਕਾਂ ਦੀ ਜਿਹੜਾ ਇੱਕ ਡਰ ਹੈ ਅੰਦਰੋਂ ਉਹ ਖਤਮ ਕੀਤਾ ਜਾਵੇ, ਕਿ ਘੱਟੋ ਘੱਟ ਉਹ ਇਹ ਤਾਂ ਨਾ ਸੋਚਣ ਕਿ ਸਾਨੂੰ ਹਸਪਤਾਲ ਜਾ ਕੇ ਜ਼ਿਆਦਾ ਪ੍ਰੋਬਲਮ ਹੋ ਜਾਏਗੀ? ਕਿਉਂਕਿ ਇਹ ਚੀਜ਼ਾਂ ਨਜ਼ਰ ਆ ਰਹੀਆਂ ਨੇ ਕਿ ਇਸ ਸਮੇਂ ਲੋਕ ਇਹ ਵੀ ਕਹਿ ਰਹੇ ਨੇ ਕਿ ਸਾਨੂੰ ਕਰੋਨਾ ਤੋਂ ਨਹੀਂ ਡਰ ਲੱਗ ਰਿਹਾ, ਸਾਨੂੰ ਸਰਕਾਰੀ ਹਸਪਤਾਲ ਜਾਣ ਤੋਂ ਡਰ ਲੱਗ ਰਿਹਾ। ਦੇਖੋ ਪਹਿਲਾਂ ਤਾਂ ਮੈਨੂੰ ਉਹਨਾਂ ਮਰੀਜ਼ਾਂ ਦੀ ਸੋਚ ਤੇ, ਜਾਂ ਮਰੀਜ਼ ਨਹੀਂ ਮੈਂ ਕਹਿੰਦਾ, ਜੋ ਵੀ ਇਸ ਤਰ੍ਹਾਂ ਦੀ ਗੱਲ ਫੈਲਾਉਂਦੇ ਉਹਨਾਂ ਦੀ ਸੋਚ ਤੇ ਜਾਂ ਉਹਨਾਂ ਦੀ ਸਮਝ ਤੇ ਥੋੜ੍ਹਾ ਜਿਹਾ ਤਰਸ ਆਉਂਦਾ ਹੈ। ਇਸ ਟਾਈਮ ਸਰਕਾਰ ਜਿੰਨਾ ਕਰ ਰਹੀ, ਮੈਂ ਨਹੀਂ ਦੇਖਿਆ ਪਿਛਲੇ 24-25 ਸਾਲ 'ਚ ਸਰਕਾਰ ਨੇ ਇੰਨਾ ਕੰਮ ਕੀਤਾ ਹੈ ਜਿੰਨਾ ਹੁਣ ਸਰਕਾਰ ਕਰ ਰਹੀ ਹੈ। ਪਹਿਲਾਂ ਆਪਾਂ ਨੂੰ ਹਮੇਸ਼ਾ ਇਹੀ ਸ਼ਿਕਾਇਤ ਰਹਿੰਦੀ ਸੀ ਵੀ ਸਰਕਾਰ ਕੁਛ ਕਰਦੀ ਨਹੀਂ, ਤੇ ਹੁਣ ਸਰਕਾਰ ਇੰਨਾ ਕੁਛ ਕਰ ਰਹੀ ਹੈ, ਹੁਣ ਇਹ ਸ਼ਿਕਾਇਤ ਹੋਣ ਲੱਗੇ ਵੀ ਸਰਕਾਰ ਜ਼ਬਰਦਸਤੀ ਕਰ ਰਹੀ ਹੈ। ਸਰਕਾਰ ਵੀ ਕਿੱਧਰ ਜਾਵੇ? ਦੇਖੋ ਜੋ ਹੋ ਰਿਹਾ ਬਿਲਕੁਲ ਠੀਕ ਹੋ ਰਿਹਾ ਹੈ, ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਵਾਲੀ ਕੋਈ ਗੱਲ ਨਹੀਂ। ਮੈਂ ਵੀ ਸੁਣਿਆ ਹੈ, ਮੇਰੇ ਵੀ ਇੱਕ ਦੋ ਰਿਸ਼ਤੇਦਾਰ ਜੋ ਦੂਰ ਬੈਠੇ, ਉਹਨਾਂ ਨੇ ਮੈਨੂੰ ਕਿਹਾ ਜੀ ਅਸੀਂ ਨਹੀਂ ਟੈਸਟ ਕਰਾਉਣਾ। ਮੈਂ ਉਹਨਾਂ ਨੂੰ ਪਿਛਲੇ 10 ਦਿਨ ਤੋਂ ਕਹਿ ਰਿਹਾ ਸੀ ਟੈਸਟ ਕਰਾ ਲਓ, ਉਹਨਾਂ ਨੇ ਨਹੀਂ ਕਰਾਏ, ਬਾਅਦ 'ਚ ਪ੍ਰੋਬਲਮ ਆ ਗਈ। ਤੇ ਨਹੀਂ ਸੁਣਦੇ ਲੋਕ, ਹਜੇ ਵੀ ਨਹੀਂ ਸੁਣਦੇ। ਦੇਖੋ ਅਨਪੜ੍ਹਤਾ ਕੁਛ ਕਹਿ ਸਕਦੇ ਆ, ਕੁਛ ਇਹ ਪਾਏ ਕਹਿ ਸਕਦੇ ਆ ਵੀ ਐਵੇਂ ਅਫਵਾਹਾਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਜਿਹਨੂੰ ਜਲਦੀ ਬਿਮਾਰੀ ਪਤਾ ਲੱਗ ਜਾਏ ਉਹਦਾ ਪੂਰਾ ਅੱਛੀ ਤਰ੍ਹਾਂ ਇਲਾਜ ਹੋ ਜਾਂਦਾ, ਅਗਲਾ 10 ਦਿਨ 'ਚ ਘਰੇ ਠੀਕ ਹੋ ਕੇ ਜਾਂਦਾ ਹੈ। ਮੋਸਟਲੀ ਮਰੀਜ਼ 85% ਤੁਹਾਨੂੰ ਦੱਸਿਆ ਅਸੀਂ ਘਰੇ ਠੀਕ ਕਰ ਦਿੰਦੇ ਹਾਂ। 5-7% ਮਰੀਜ਼ਾਂ ਨੂੰ ਪ੍ਰੋਬਲਮ ਆਉਂਦੀ ਹੈ, ਉਹਨਾਂ ਨੂੰ ਹਸਪੀਟਲ ਦਾਖਲ ਕਰਨਾ ਪੈਂਦਾ। ਠੀਕ ਹੈ, ਮੈਂ ਇੱਕ ਹੋਰ ਵੀ ਤੁਹਾਨੂੰ ਸਵਾਲ ਪੁੱਛਦਾ, ਤੁਸੀਂ ਤਾਂ ਮੋਹਾਲੀ ਦੇ ਵਿੱਚੋਂ, ਇੱਥੇ ਵੀਆਈਪੀਜ਼ ਬਹੁਤ ਹੁੰਦੇ ਨੇ। ਮੇਰਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਡਾਕਟਰ ਸਾਹਿਬ ਕੋਈ ਵੀਆਈਪੀ ਮਰੀਜ਼ ਵੀ ਸਰਕਾਰੀ ਹਸਪਤਾਲ ਪਹੁੰਚ ਰਿਹਾ ਹੈ? ਕਿਉਂਕਿ ਇੱਕ ਲੰਬੀ ਚੌੜੀ ਲਿਸਟ ਮੈਂ ਗ੍ਰਾਫਿਕਸ ਦੇ ਜ਼ਰੀਏ ਇਸ ਸਮੇਂ ਦਿਖਾ ਰਿਹਾ ਹਾਂ, ਕੋਈ ਵੀ ਵੀਆਈਪੀ ਅਜਿਹਾ ਨਜ਼ਰ ਨਹੀਂ ਆਇਆ ਜੋ ਪਹੁੰਚਿਆ ਹੋਵੇ ਸਰਕਾਰੀ ਹਸਪਤਾਲ। ਜੇਕਰ ਇੰਤਜ਼ਾਮ ਮੁਕੰਮਲ ਨੇ ਤਾਂ ਫਿਰ ਪ੍ਰਾਈਵੇਟ ਹਸਪਤਾਲਾਂ ਦਾ ਰੁਖ ਕਿਉਂ ਕਰਦੇ ਨੇ ਸਾਡੇ ਜਿਹੜੇ ਵੀਆਈਪੀਜ਼? ਨਹੀਂ, ਤੁਹਾਡੀ ਇਨਫੋਰਮੇਸ਼ਨ ਗਲਤ ਹੈ। ਇਸ ਟਾਈਮ ਵੀ ਮੇਰੀ ਲਿਸਟ 'ਚ ਮੇਰੇ 16 ਵੀਆਈਪੀ ਮਰੀਜ਼ ਹੈ ਜਿਹੜੇ ਹੋਮ ਕੁਆਰੰਟਾਈਨ ਕੀਤੇ। ਅਸੀਂ ਘਰੇ ਉਹਨਾਂ ਨੂੰ ਸਵੇਰ ਸ਼ਾਮ ਚੈੱਕਅਪ ਕਰਦੇ ਹਾਂ, ਤੇ ਉਹਨਾਂ ਨੂੰ ਨਹੀਂ ਜ਼ਰੂਰਤ ਸੀ, 2-4 ਜਿਨ੍ਹਾਂ ਨੂੰ ਜ਼ਰੂਰਤ ਸੀ ਉਹਨਾਂ ਨੂੰ ਅਸੀਂ ਕੀਤਾ, ਹਸਪੀਟਲ ਐਡਮਿਟ ਕੀਤਾ। L3 ਦੇ ਹਸਪੀਟਲ ਜ਼ਰੂਰਤ ਸੀ, ਪਰ 16 ਮਰੀਜ਼ ਹਜੇ ਵੀ ਮੇਰੇ ਕੋਲ ਵੀਆਈਪੀ ਮਰੀਜ਼ ਵੀਵੀਪੀ ਮਰੀਜ਼ ਜਿਹੜੇ ਹੈਗੇ ਜਿਨ੍ਹਾਂ ਨੂੰ ਘਰੇ ਉਹਨਾਂ ਦਾ ਚੱਲ ਰਿਹਾ ਰੈਗੂਲਰ, ਅਸੀਂ ਸਵੇਰ ਸ਼ਾਮ ਮੋਨੀਟਰ ਕਰ ਰਹੇ ਹਾਂ। ਜਦੋਂ ਜ਼ਰੂਰਤ ਹੁੰਦੀ ਜਾ ਕੇ ਦੇਖਦੇ ਵੀ WhatsApp ਤੇ ਉਹਨਾਂ ਦੀ। ਤੁਸੀਂ ਵੀ ਸਮਝਦੇ ਹੋ ਕਿ ਅਲੱਗ ਹੋਏਗੀ ਹੀ ਗੱਲ ਨਾ? ਕਿਉਂਕਿ ਅਸੀਂ ਕੋਸ਼ਿਸ਼ ਕੀਤੀ, ਅੱਜ ਬਹੁਤ ਸਾਰੇ ਵਿਧਾਇਕ ਜਿਹੜੇ ਮੰਤਰੀ ਨੇ ਪੰਜਾਬ ਦੇ ਕਰੋਨਾ ਪੋਜ਼ਿਟਿਵ ਹੋਏ ਨੇ। ਮੈਂ ਉਹਨਾਂ ਦੀ ਇੱਕ ਲਿਸਟ ਵੀ ਦਿਖਾ ਰਿਹਾ ਸਾਰੇ ਦਰਸ਼ਕਾਂ ਨੂੰ ਕਿ ਉਹ ਸਾਰੇ ਵਿਧਾਇਕ ਨੇ ਜਾਂ ਮੰਤਰੀ ਨੇ, ਚਾਹੇ ਕਾਂਗਰਸ ਦਾ ਹੋਵੇ, ਅਕਾਲੀ ਦਲ ਦਾ ਹੋਵੇ, ਆਮ ਆਦਮੀ ਪਾਰਟੀ ਦਾ ਹੋਵੇ, ਸਾਰੇ ਆਪਣੇ ਘਰਾਂ ਦੇ ਵਿੱਚ ਜਾਂ ਹੋਮ ਆਈਸੋਲੇਟ ਹੋਏ ਨੇ ਜਾਂ ਫਿਰ ਇਹਨਾਂ ਨੇ ਪ੍ਰਾਈਵੇਟ ਹਸਪਤਾਲ ਦਾ ਰੁਖ ਕੀਤਾ, ਇਹ ਸਰਕਾਰੀ ਹਸਪਤਾਲ ਨਹੀਂ ਗਏ। ਨਹੀਂ, ਮੇਰੀ ਨਿਗਾਹ 'ਚ ਤਾਂ ਇੱਕ ਹੈ ਜਿਹੜੇ ਵੀਆਈਪੀ ਜਿਹਨਾਂ ਨੂੰ ਸਾਨੂੰ ਪ੍ਰਾਈਵੇਟ ਹਸਪਤਾਲ 'ਚ L3 ਦੇ ਹਸਪੀਟਲ 'ਚ ਦਾਖਲ ਕਰਨਾ ਪਿਆ। ਬਾਕੀ ਸਾਰੇ ਅਸੀਂ ਘਰੇ ਕੀਤੇ ਆ, ਜਾਂ ਈਵਨ ਸਾਡੇ ਹਸਪੀਟਲ 'ਚ ਵੀ ਰਹੇ ਆ। ਇਹ ਨਹੀਂ ਗੱਲ, ਨਾਮ ਨਹੀਂ ਲੈਣਾ ਚਾਹੁੰਦਾ, ਹਸਪੀਟਲ 'ਚ ਵੀ ਅਸੀਂ ਠੀਕ ਕੀਤੇ ਆ। ਹੁਣ ਵੀ ਸਾਡੇ ਕੋਲ ਇੱਕ ਵੀਆਈਪੀ ਪੇਸ਼ੈਂਟ ਦਾਖਲ ਹੈ। ਠੀਕ ਹੈ,
ਵਿਦਆਊਟ ਨੇਮਿੰਗ ਕੋਈ ਹਾਂ ਬਿਲਕੁਲ ਸਾਡੇ ਤੇ ਪੂਰਾ ਵਿਸ਼ਵਾਸ ਕਰਦੇ ਆ। ਸਾਨੂੰ ਥੋੜਾ ਜਿਹਾ ਐਪਰੀਹੈਂਸ਼ਨ ਜ਼ਰੂਰ ਹੁੰਦੀ ਜਦੋਂ ਵੀਆਈਪੀ ਪੇਸ਼ੈਂਟ ਆਉਂਦੇ ਆ, ਪਰ ਅਸੀਂ ਪੂਰਾ ਇਲਾਜ ਕਰਦੇ ਇਸ ਟਾਈਮ ਵੀ ਸਾਡੇ ਕੋਲ ਹੈ ਦਾਖਲ, ਤੇ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਦੇਖੋ ਛੋਟੇ ਪੇਸ਼ੈਂਟ ਹੁੰਦੇ, ਕੁਝ ਮੈਂ ਨਹੀਂ ਕਹਿੰਦਾ, ਕੁਝ ਬਾਹਰ ਵੀ ਭੇਜੇ ਅਸੀਂ, ਬਾਹਰ ਵੀ ਪ੍ਰਾਈਵੇਟ ਹਸਪੀਟਲ ਵੀ ਭੇਜੇ ਜਿਸ ਤਰ੍ਹਾਂ ਦੀ ਜ਼ਰੂਰਤ ਸੀ, ਜਿਨ੍ਹਾਂ ਨੂੰ ਕੋਈ ਪਲਾਜ਼ਮਾ ਥੈਰੇਪੀ ਦੀ ਜ਼ਰੂਰਤ ਸੀ, ਕੋਈ ਜ਼ਿਆਦਾ ਜ਼ਰੂਰਤ ਸੀ, ਉਹਨਾਂ ਨੂੰ ਅਸੀਂ ਨਹੀਂ ਆਪਣੇ ਕੋਲ ਰੱਖਿਆ, ਅਸੀਂ ਖੁਦ ਉਹਨਾਂ ਨੂੰ ਦਾਖਲ ਕਰਾਇਆ। ਪਰ ਉਹ ਦੇਖੋ ਉਹ ਹਰ ਤਰ੍ਹਾਂ ਦੇ ਮਰੀਜ਼ ਆ, ਉਸ ਈਵਨ ਅਸੀਂ ਜ਼ਰੂਰੀ ਨਹੀਂ ਵੀਆਈਪੀ ਦਾਖਲ ਕਰਾਏ, ਦੂਸਰੇ ਪੇਸ਼ੈਂਟ ਵੀ ਅਸੀਂ ਦਾਖਲ ਕਰਾਏ ਜਿਹਨਾਂ ਨੂੰ ਡਾਇਲਿਸਿਸ ਦੀ ਲੋੜ ਸੀ, ਹੋਰ ਜ਼ਰੂਰਤ ਸੀ, ਉਹਨਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਸੀ, ਈਵਨ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ 'ਚ ਆਪਣੇ ਖਰਚੇ 'ਤੇ ਦਾਖਲ ਕਰਾਏ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਅਸੀਂ ਕੋਸ਼ਿਸ਼ ਕਰਦੇ ਹਾਂ ਕੁਝ ਵਿਧਾਇਕਾਂ ਦੇ ਨਾਲ ਗੱਲਬਾਤ ਹੋ ਸਕੇ, ਅਸੀਂ ਆਪਣੇ ਦਰਸ਼ਕਾਂ ਨੂੰ ਵੀ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਸਾਡੇ ਫੋਨ ਨੰਬਰ ਦੇ ਉੱਤੇ ਕਾਲ ਕਰਕੇ ਵੀ ਸਾਡੇ ਨਾਲ ਜੁੜ ਸਕਦੇ ਹੋ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਖਿਰ ਪੰਜਾਬ ਦੇ ਵਿੱਚ ਜ਼ਮੀਨੀ ਪੱਧਰ ਦੇ ਉੱਤੇ ਹਾਲਾਤ ਕੀ ਨੇ, ਅਸੀਂ ਜ਼ਮੀਨੀ ਪੱਧਰ ਉੱਤੇ ਹਾਲਾਤ ਕੀ ਨੇ ਉਹ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕਾਲਸ ਆਉਂਦੀਆਂ ਨੇ। ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਸਰਕਾਰੀ ਹਸਪਤਾਲ 'ਚ ਦਿੱਕਤ ਸੀ, ਇਸ ਕਰਕੇ ਅਸੀਂ ਨਹੀਂ ਉੱਥੇ ਗਏ, ਹੋਮ ਆਈਸੋਲੇਟ ਹੋਣ ਦਾ ਹੀ ਫੈਸਲਾ ਲਿਆ ਹੈ। ਕਿ ਵਾਕਈ ਅਜਿਹਾ ਕੁਝ ਹੈ? ਕਿਉਂਕਿ ਡਾਕਟਰ ਸਾਹਿਬ ਦਾਅਵਾ ਕਰ ਰਹੇ ਨੇ ਕਿ ਅਸੀਂ ਇੰਤਜ਼ਾਮ ਮੁਕੰਮਲ ਕੀਤੇ ਹੋਏ ਨੇ, ਕੋਈ ਐਸੀ ਪ੍ਰੋਬਲਮ ਨਹੀਂ ਹੈ। ਜੇਕਰ ਵਾਕਈ ਕੋਈ ਦਿੱਕਤ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਦਰਸ਼ਕਾਂ ਦੇ ਨਾਲ ਗੱਲਬਾਤ ਕਰ ਸਕੀਏ। ਨੰਬਰ ਅਸੀਂ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਕਰਾਂਗੇ। ਮੈਂ ਬ੍ਰੇਕ ਲੈ ਰਿਹਾ, ਛੋਟਾ ਜਿਹਾ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਇਸ ਚਰਚਾ ਨੂੰ ਅੱਗੇ ਵਧਾਵਾਂਗੇ। ਤੇ ਬ੍ਰੇਕ ਤੋਂ ਬਾਅਦ ਉਮੀਦ ਹੈ ਕਿ ਕਾਂਗਰਸ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਸਾਡੇ ਨਾਲ ਜੁੜ ਗਏ ਹੋਣਗੇ। ਮੈਂ ਰੁਕ ਰਿਹਾ ਛੋਟੇ ਜਿਹੇ ਬ੍ਰੇਕ ਲਈ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅੱਜ ਅਸੀਂ ਚਰਚਾ ਕਰ ਰਹੇ ਹਾਂ ਕਿ ਆਖਿਰ ਕਿਉਂ ਇਸ ਤਰੀਕੇ ਦੀਆਂ ਖਬਰਾਂ ਜਾਂ ਇਸ ਤਰੀਕੇ ਦੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਲੋਕਾਂ ਨੂੰ ਟੈਸਟਿੰਗ ਕਰਵਾਉਣ ਤੇ ਲੋਕਾਂ ਦੇ ਵੱਲੋਂ ਇਨਕਾਰ ਕੀਤਾ ਜਾ ਰਿਹਾ ਹੈ, ਤੇ ਲੋਕ ਇਹ ਕਹਿ ਰਹੇ ਨੇ ਕਿ ਕਰੋਨਾ ਤੋਂ ਸਾਨੂੰ ਫਿਲਹਾਲ ਡਰ ਨਹੀਂ ਲੱਗ ਰਿਹਾ, ਸਾਨੂੰ ਸਰਕਾਰੀ ਹਸਪਤਾਲ 'ਚ ਜਾਣ ਤੋਂ ਡਰ ਲੱਗ ਰਿਹਾ ਹੈ। ਇਸ ਚਰਚਾ ਨੂੰ ਅੱਗੇ ਵਧਾਉਂਦੇ ਹਾਂ। ਇਸ ਵਿਚਾਲੇ ਸਾਡੇ ਨਾਲ ਮਹਿਮਾਨ ਜੁੜ ਚੁੱਕੇ ਨੇ ਰਾਜਕੁਮਾਰ ਚੱਬੇਵਾਲ ਜੀ, ਜੋ ਕਿ ਕਾਂਗਰਸ ਦੇ ਵਿਧਾਇਕ ਨੇ। ਚੱਬੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਇਸ ਦੇ ਨਾਲ ਹੀ ਹਰੀਸ਼ ਰਾਏ ਟਾਂਡਾ ਜੀ ਵੀ ਜੁੜ ਰਹੇ ਨੇ, ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਚੱਬੇਵਾਲ ਸਾਹਿਬ, ਸਵਾਲ ਤੁਹਾਡੇ ਤੋਂ, ਲੋਕਾਂ ਨੂੰ ਅਜਿਹੀ ਸਥਿਤੀ ਕਿਉਂ ਲੋਕਾਂ ਦੇ ਵਿੱਚ ਆ ਰਹੀ ਹੈ, ਜਾਂ ਅਜਿਹੀ ਗੱਲਾਂ ਉਹਨਾਂ ਦੇ ਮਨ ਦੇ ਵਿੱਚ ਕਿਉਂ ਆ ਰਹੀਆਂ ਨੇ ਕਿ ਅਸੀਂ ਹਸਪਤਾਲ ਨਹੀਂ ਜਾਣਾ? ਸਰਕਾਰ ਨੇ ਤਾਂ ਦਾਅਵਾ ਕੀਤਾ ਸੀ ਆਲ ਇਜ਼ ਵੈਲ ਹੈ, ਸਾਡੀ ਤਿਆਰੀ ਮੁਕੰਮਲ ਹੈ, ਸਾਡੇ ਕੋਲ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈ, ਪਰ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਖਦਸ਼ੇ ਨੇ ਕਰੋਨਾ ਕਾਲ ਦੇ ਵਿੱਚ ਉਹ ਵਧੇ ਨੇ। ਚੱਬੇਵਾਲ ਸਾਹਿਬ, ਆਵਾਜ਼ ਆ ਰਹੀ ਹੈ ਮੇਰੀ? ਹਾਂ ਗੌਰਵ ਜੀ, ਐਕਚੁਅਲੀ ਤੁਸੀਂ ਜਿਨ੍ਹਾਂ ਖਦਸ਼ਿਆਂ ਦੀ ਗੱਲ ਕਰ ਰਹੇ ਹੋ, ਇਹ ਸਿਰਫ ਪੰਜਾਬ 'ਚ ਹੀ ਨਹੀਂ ਹੈ, ਇਹ ਹਿੰਦੁਸਤਾਨ ਦੇ ਪਹਿਲਾਂ ਦੂਸਰੇ ਹਿੱਸਿਆਂ ਵਿੱਚ ਸੀ, ਔਰ ਅੱਜ ਪੰਜਾਬ ਦੇ ਕੁਝ ਪਿੰਡਾਂ ਦੇ ਵਿੱਚੋਂ ਜਿਹੜੀਆਂ ਅਜਿਹੀਆਂ ਘਟਨਾਵਾਂ, ਜਿਹੜੀਆਂ ਅਨਫੋਰਚੂਨੇਟ ਘਟਨਾਵਾਂ ਨੇ, ਇਹ ਰਿਪੋਰਟ ਹੋਈਆਂ। ਤੇ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਿਹੜੀ ਅਵੇਅਰਨੈਸ ਦੀ ਸਰਕਾਰ ਵੱਲੋਂ ਕੋਈ ਕਮੀ ਨਹੀਂ ਹੈ, ਪਰ ਕੁਝ ਲੋਕਾਂ ਦੀ ਜੋ ਇਨਸਿਕਿਉਰਿਟੀ ਹੈ ਕਰੋਨਾ ਨੂੰ ਲੈ ਕੇ, ਕਿਉਂਕਿ ਸਾਡੇ ਬਹੁਤ ਸਾਰੇ ਲੋਕ ਅੱਜ ਵੀ ਜਿਹੜਾ ਉਹਨਾਂ ਦੀ ਥਾਟ ਹੈ, ਜਿਹੜੀ ਉਹਨਾਂ ਦੀ ਸੋਚ ਹੈ, ਉਹ ਅੱਜ ਵੀ ਇਹ ਕਹਿੰਦੇ ਨੇ ਬਹੁਤ ਸਾਰੇ ਲੋਕ ਕਿ ਕਰੋਨਾ ਤੇ ਕੁਝ ਵੀ ਨਹੀਂ, ਇਹ ਤਾਂ ਬਸ ਐਵੇਂ ਇੱਕ ਮਿਸਕਨਸੈਪਸ਼ਨ ਹੈ, ਇੱਕ ਡਰ ਫੈਲਾਇਆ ਗਿਆ ਹੈ। परंतु सरकार हिंदुस्तान की पूरे दुनिया दी गवर्नमेंट्स और पंजाब गवर्नमेंट जी है बार बार असी ये प्रचार कर रहे हैं कि करोना जड़ा इसा रियली ए डिजीज़ इसा वायरल इन्फेक्शन और लोग जोड़े अज भी उस चीज़ को मनने लिए तैयार नहीं है। परंतु जदों उन्होंने घर चों किसी को हुंदा है तो वो किते ना किते उन्होंने दिमाग के फिर डर बैठता है कि नहीं करोना जी वाकई एक बहुत भयानक बीमारी है। और मैं समझदा कि किते ना किते कुछ छोटे लैवल से जरूर जी एजुकेशन की कमी है, जी लोगों की अवेयरनेस जी है वो जां तां लोग समझना नहीं चाहते जां असी किते ना किते उस छोटे लैवल से समझाने दे विच कामयाब नहीं रहे हैं। जी जी मैं एक छोटा जिहा सवाल तुहाडे तो जानना चाहुंदा देखो एक मैसेज देने दी भी लोगों को कोशिश तो रहिंदी है ना सरकारां दी जी जी जेकर सरकारी हस्पताल च इंतजाम मुकम्मल ने तां सारे विधायकों किसी भी पार्टी दे होण अकाली दल दा होवे कोई आम आदमी पार्टी दा या कांग्रेस दा जिन्हां नूं कोरोना दी शिकायत हुई किसी ने भी सरकारी हस्पताल का रुख नहीं किया। जो साडे कोल जानकारी असीं दिखा भी रहे हैं या तो प्राइवेट हस्पताल च गए या घर दे विच ही होम आइसोलेट हो गए। तुहानूं नहीं लगता कि सिस्टम बिल्कुल सही है तां फिर जिहड़े विधायक ने या जिहड़े भी VIPs ने उन्हां नूं भी रुख करना चाहिए सी सरकारी हस्पतालों का? लोगों च एक मैसेज आंदा कि देखो साडे इंतजाम मुकम्मल ने। एक्चुअली रीसेंटली जिन्ने क विधायक जिन्ने भी मंत्री साहबान पॉजिटिव हुए ने उन्होंने विचों मेजोरिटी ऑफ दैम उन्होंने जां तां क्योंकि नॉर्मल प्रोटोकॉल के तहत अजकल होम आइसोलेशन जी है दैट इज़ अलाउड। सो बहुत लोग जिहड़े सारे होम आइसोलेट ने होम क्वारंटाइन ने और परंतु किते ना किते मैं समझदा कि शायद उन्होंने दिमाग च होवे कि जद कि गवर्नमेंट हॉस्पिटल जिहड़े फुली इक्विप्ड ने वेंटीलेटर्स ने सब कुछ ने पूरियां मैडिकल फैसिलिटीज़ जेकर सब तो वधिया ने तो साडे सिविल हॉस्पिटल दे विच अज भी
ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਦੇ ਆਰ ਔਨ ਦਾ ਟੌਪ। ਔਰ ਪ੍ਰਾਈਵੇਟ ਹਸਪੀਟਲਸ ਕਾਫੀ ਜਿਹੜੇ ਪ੍ਰਾਈਵੇਟ ਹਸਪੀਟਲ ਉਹ ਅੱਜ ਵੀ ਜਿਹੜਾ ਥੋੜਾ ਫਿਰ ਵੀ ਝਿਜਕਦੇ ਆ ਕੁਝ ਪੇਸ਼ੈਂਟਸ ਲੈਣ ਤੋਂ, ਪਰੰਤੂ ਗਵਰਨਮੈਂਟ ਹਸਪੀਟਲਸ ਟੂ ਮਚ ਐਕਸਟੈਂਟ ठीक है सर, मैं इसी पॉइंट ਦੇ ਉੱਤੇ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਇਹ ਪੂਰਾ ਸੈਗਮੈਂਟ ਹੈ ਸਰ, ਦੇਖੋ ਇਹ ਲੋਕ ਜਾਣਨਾ ਚਾਹੁੰਦੇ ਨੇ ਕਿ ਜੇਕਰ ਸਭ ਕੁਝ ਮੁਕੰਮਲ ਹੈ, ਤੁਸੀਂ ਇੱਕ ਚੀਜ਼ ਦੇ ਨਾਲ ਤਾਂ ਇਤਫਾਕ ਰੱਖੋਗੇ ਕਿ ਜਿਨ੍ਹਾਂ ਦੇ ਕੋਲ ਪੈਸੇ ਹੈਗੇ ਨੇ, ਗੁੰਜਾਇਸ਼ ਹੈਗੀ ਹੈ, ਉਹ ਸਰਕਾਰੀ ਹਸਪਤਾਲ 'ਚ ਨਹੀਂ ਜਾਂਦਾ, ਉਹ ਜਾ ਰਿਹਾ ਪ੍ਰਾਈਵੇਟ ਹਸਪਤਾਲ ਦੇ ਵਿੱਚ, ਜਿਹਦੇ ਕੋਲ ਔਖੇ ਸੌਖੇ ਹੋ ਕੇ ਵੀ ਲੋਕਾਂ ਨੂੰ ਲੱਗਦਾ ਕਿ ਅਸੀਂ ਪ੍ਰਾਈਵੇਟ ਹਸਪਤਾਲ ਚਲੇ ਜਾਈਏ। ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਸਾਡੇ ਨਾਲ ਹਰੀਸ਼ ਰਾਏ ਟਾਂਡਾ ਜੀ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਟਾਂਡਾ ਸਾਹਿਬ, ਅਕਾਲੀ ਦਲ ਨੂੰ ਕੀ ਲੱਗਦਾ ਹੈ, ਮੁਕੰਮਲ ਨੇ ਇੰਤਜ਼ਾਮ ਸਰਕਾਰੀ ਹਸਪਤਾਲਾਂ 'ਚ? ਆਲ ਇਜ਼ ਵੈਲ। ਦਰਅਸਲ ਗੱਲ ਇਹ ਹੈ, ਐਵਰੀਥਿੰਗ ਇਜ਼ ਇਨ ਦੀ ਵੈਲ। ਹਾਲਾਤ ਇੰਨੇ ਮਾੜੇ ਆ ਸਿਵਲ ਹਸਪੀਟਲਸ ਦੇ ਵਿੱਚ, ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਕਿ ਲੋਕ ਪ੍ਰਾਈਵੇਟ ਹਸਪੀਟਲ 'ਚ ਜਾਣਾ ਚਾਹੁੰਦੇ ਆ, ਚਾਹੁੰਦੇ ਦੀ ਗੱਲ ਨਹੀਂ। ਸਿਵਲ ਹਸਪੀਟਲਾਂ ਦੇ ਵਿੱਚ ਜੀ ਲੈਵਲ 3 ਦੇ ਇਲਾਜ ਲਈ ਇੱਕ ਵੀ ਬੈੱਡ ਨਹੀਂ ਹੈ। ਅੱਜ ਵੀ ਮੈਂ ਤੁਹਾਨੂੰ ਹਾਲਾਤ ਦੱਸਦਾ ਹਾਂ। ਹਾਲਾਤ ਇਹ ਹੈ ਕਿ ਲੁਧਿਆਣੇ ਦੇ ਵਿੱਚ ਜਿੰਨੇ ਪ੍ਰਾਈਵੇਟ ਹਸਪੀਟਲਸ ਹੈ ਓਵਰਬਰਡਨਡ ਹੈ। ਜਿਵੇਂ ਕਿ ਦਯਾਨੰਦ ਦੇ ਵਿੱਚ 80 ਦੀ ਜਗ੍ਹਾ 103 ਪੇਸ਼ੈਂਟ ਹੈ, CMC 'ਚ 31 ਦੇ 31 ਹੈ, ਫੋਰਟਿਸ ਦੇ ਵਿੱਚ 15 ਦੀ ਜਗ੍ਹਾ 23 ਹੈ। ਹਰ ਹਸਪੀਟਲ ਨੱਕੋ ਨੱਕ ਭਰਿਆ ਹੋਇਆ ਹੈ। ਐਂਡ ਗਵਰਨਮੈਂਟ ਹਸਪੀਟਲ ਦੇ ਹਾਲਾਤ ਇੰਨੇ ਮਾੜੇ ਹੈ ਕਿ ਉੱਥੇ ਕੋਈ ਵੀ ਬੰਦਾ ਇੱਕ ਦਿਨ ਲਈ ਰਹਿ ਕੇ ਰਾਜੀ ਨਹੀਂ। ਮੇਰੇ ਕੋਲ ਇੱਕ ਜਾਣਕਾਰੀ, ਇੱਕ ਸਫਾਈ ਕਰਮਚਾਰੀ ਦਾ ਬੱਚਾ ਗਿਆ, ਉਹ ਕੁਰਲਾਂਦਾ ਰਿਹਾ ਕਿ ਮੈਨੂੰ ਕਿੱਥੇ ਗੰਦ 'ਚ ਸੁੱਟਤਾ, ਉਹਨੂੰ ਪ੍ਰਾਈਵੇਟ ਹਸਪੀਟਲ ਸ਼ਿਫਟ ਕੀਤਾ ਤਾਂ ਉਹਦਾ ਇਲਾਜ ਹੋਇਆ। ਜਿੱਥੇ ਚੱਬੇਵਾਲ ਸਾਹਿਬ ਕਹਿੰਦੇ ਆ ਇਲਾਜ ਕੀ ਹੈ, ਮੈਂ ਚੱਬੇਵਾਲ ਸਾਹਿਬ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਇਲਾਜ ਇਹਦੇ ਵਿੱਚ ਇਹ ਨਹੀਂ ਹੈ ਕਿ ਕਿਉਰ ਹੈ, ਪਰ ਫਿਜ਼ੀਕਲ ਪ੍ਰੋਬਲਮਸ ਦਾ ਟ੍ਰੀਟਮੈਂਟ ਹੈ। ਬਲੱਡ ਡਿਲੂਟਰਸ ਦੇਣੇ ਪੈਂਦੇ ਹੈ, ਆਕਸੀਜਨ ਲੈਵਲ ਮੇਨਟੇਨ ਕਰਨਾ ਪੈਂਦਾ ਹੈ, ਜਿੱਥੇ ਵੈਂਟੀਲੇਟਰ ਸਪੋਰਟ ਆਉਂਦੀ ਹੈ ਉਹ ਦੇਣਾ ਪੈਂਦਾ ਹੈ, ਸਪੋਰਟਿੰਗ ਮੈਡੀਸਿਨਸ ਦੇਣੀਆਂ ਪੈਂਦੀਆਂ। ਇਹ ਨਾ ਕਹੋ ਕਿ ਇਲਾਜ ਨਹੀਂ ਹੈ, ਇਲਾਜ ਹੈ, ਪਰ ਇਲਾਜ ਇਹ ਨਹੀਂ ਹੈ ਕਿ ਸ਼ੋਰ ਕਿਉਰ ਹੈ, ਵੈਕਸੀਨੇਸ਼ਨ ਨਹੀਂ ਹੈ ਇਹਦੀ। ਸੋ ਹਾਲਾਤ ਇੰਨੇ ਮਾੜੇ ਆ, ਲੋਕੀ ਸਿਵਲ ਹਸਪੀਟਲ ਟੈਸਟ ਕਰਾਉਣ ਲਈ ਕੋਈ ਜਾ ਕੇ ਰਾਜੀ ਨਹੀਂ ਹੈ। ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਹਾਲਾਤ ਬਹੁਤ ਮਾੜੇ ਨੇ। ਟਾਂਡਾ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਨੂੰ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਣਾ ਪੈਣਾ, ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਕਾਲਰ ਵੀ ਸਾਡੇ ਨਾਲ ਨੇ ਬਠਿੰਡਾ ਤੋਂ। ਸਵਾਗਤ ਹੈ ਤੁਹਾਡਾ। ਜੇਕਰ ਮੇਰੀ ਆਵਾਜ਼ ਪਹੁੰਚ ਰਹੀ ਹੈ, ਆਪਣਾ ਨਾਮ ਦੱਸ ਦਿਓ ਤੇ ਕੀ ਕਹਿਣਾ ਚਾਹੁੰਦੇ ਹੋ। ਲੱਗ ਰਿਹਾ ਕਿ ਉਹਨਾਂ ਦੇ ਨਾਲ ਸਾਡਾ ਸੰਪਰਕ ਨਹੀਂ ਹੋ ਪਾ ਰਿਹਾ। ਸ਼ਾਇਦ ਜਸਵੀਰ ਜੀ ਸਾਡੇ ਨਾਲ ਬਠਿੰਡਾ ਤੋਂ ਜੁੜੇ ਹੋਏ ਸੀ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਮੈਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਿਹਾ, ਇਸ ਤੋਂ ਬਾਅਦ ਵਾਪਸ ਆਵਾਂਗਾ। ਇਸ ਚਰਚਾ ਨੂੰ ਅਸੀਂ ਅੱਗੇ ਵਧਾਵਾਂਗੇ, ਕੋਸ਼ਿਸ਼ ਕਰਾਂਗੇ ਕਿ ਆਪਣੇ ਦਰਸ਼ਕਾਂ ਨੂੰ ਵੀ ਨਾਲ ਜੋੜ ਸਕੀਏ। ਇਸ ਵਿਚਾਲੇ ਅਸੀਂ ਆਪਣਾ ਅੱਜ ਦਾ ਸਵਾਲ ਵੀ ਤੁਹਾਨੂੰ ਦਿਖਾ ਰਹੇ ਹਾਂ, ਤੁਸੀਂ ਉਸ ਦੇ ਉੱਤੇ ਵੀ ਆਪਣੀ ਰਾਏ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਇਹ ਪੰਜਾਬ ਦੇ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ, ਕਿਉਂਕਿ ਕਿਹਾ ਜਾ ਰਿਹਾ ਕਿ ਸਤੰਬਰ ਮਹੀਨਾ ਅਜਿਹਾ ਜਦੋਂ ਸਭ ਤੋਂ ਜ਼ਿਆਦਾ ਪੀਕ ਤੇ ਕਰੋਨਾ ਹੋ ਸਕਦਾ ਹੈ, ਤਾਂ ਕਿ ਵਾਕਈ ਇਹ ਤਾਂ ਪਹਿਲਾ ਦਿਨ ਹੈ ਕਰੋਨਾ ਜਾਂ ਕਹੀਏ ਕਿ ਸਤੰਬਰ ਦਾ, ਕਿ ਸਾਡੇ ਕੋਲ ਇੰਤਜ਼ਾਮ ਨਹੀਂ ਨੇ ਤਾਂ ਅਗਲੇ ਦਿਨਾਂ ਦੇ ਵਿੱਚ ਕੀ ਹਾਲ ਹੋਏਗਾ। ਮੈਂ ਇਸ ਦੇ ਉੱਤੇ ਵਾਪਸ ਆਵਾਂਗਾ, ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਿਹਾ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਅਸੀਂ ਚਰਚਾ ਕਰ ਰਹੇ ਹਾਂ ਕਿ ਸਿਹਤ ਸਹੂਲਤਾਂ ਕਿੰਨੀਆਂ ਕੁ ਇਸ ਸਮੇਂ ਪੰਜਾਬ ਦੇ ਵਿੱਚ ਮੁਕੰਮਲ ਕੀਤੀਆਂ ਗਈਆਂ ਨੇ, ਤੇ ਸਵਾਲ ਇਸ ਕਰਕੇ ਵੀ ਹੈ ਕਿਉਂਕਿ ਇਹ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿ ਟੈਸਟਿੰਗ ਤੋਂ ਇਨਕਾਰ ਲੋਕ ਕਰ ਰਹੇ ਨੇ। ਇੱਥੋਂ ਤੱਕ ਕਿ ਕਹਿ ਰਹੇ ਨੇ ਕਿ ਅਸੀਂ ਹਸਪਤਾਲ ਨਹੀਂ ਜਾਣਾ। ਪਿੰਡਾਂ ਦੇ ਵੱਲੋਂ ਇਹ ਸਾਰੇ ਮਤੇ ਪਾਸ ਕੀਤੇ ਜਾ ਰਹੇ ਨੇ। ਅਸੀਂ ਇਸ ਦੇ ਉੱਤੇ ਚਰਚਾ ਨੂੰ ਅੱਗੇ ਵਧਾਉਂਦੇ ਹਾਂ। ਇਸ ਵਿਚਾਲੇ ਸਾਡੇ ਨਾਲ ਕੁਝ ਦਰਸ਼ਕ ਜੁੜ ਰਹੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਰੁਖ ਕਰਾਂਗੇ, ਉਸ ਤੋਂ ਬਾਅਦ ਮਹਿਮਾਨ ਜੁੜੇ ਹੋਏ ਨੇ, ਉਹਨਾਂ ਦਾ ਰੁਖ ਕਰਦੇ ਹਾਂ। ਸਾਡੇ ਨਾਲ ਪ੍ਰਿੰਸੀਪਲ ਇਕਬਾਲ ਸਿੰਘ ਜੀ ਨੇ ਲੁਧਿਆਣਾ ਤੋਂ। ਇਕਬਾਲ ਸਿੰਘ ਜੀ, ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੋਗੇ? ਮੈਂ ਜੋ ਤੁਸੀਂ ਇਹ ਚਰਚਾ ਕਰ ਰਹੇ ਨੇ, ਜੇ ਦੱਸਣਾ ਚਾਹਨਾ ਕਿ ਲੋਕ ਚੰਗੇ ਭਲੇ ਹੁੰਦੇ ਆ ਜਦੋਂ ਕਿ ਲੀਡਰ ਸਾਰੇ ਠੀਕ ਹੋ ਰਹੇ ਹੋਮ ਆਈਸੋਲੇਟਡ ਜੀ। ਹਸਪੀਟਲ ਜਾ ਕੇ ਜਿਹੜਾ ਵੀ ਜਾ ਰਿਹਾ 99% ਲੋਕ ਮਰ ਰਹੇ ਨੇ, ਖੱਪ ਰਹੇ ਨੇ। ਸਰਕਾਰ ਬੁਰੀ ਤਰ੍ਹਾਂ ਫੇਲ, ਇਹਨਾਂ ਦਾ ਕੋਈ ਵੀ ਇਹੋ ਜਿਹਾ ਕਾਰਨਾਮਾ ਨਹੀਂ ਕੀਤਾ, ਜਦ ਕਿ ਹਰ ਚੀਜ਼ ਦਾ ਇਲਾਜ ਹੁੰਦਾ ਹੈ। ਜੇ ਆਪਾਂ ਬੰਦੇ ਨੂੰ ਹੌਸਲਾ ਨਹੀਂ ਦੇ ਸਕਦੇ, ਇਹ ਉਲਟਾ ਨੁਕਸਾਨ ਕਰ ਰਹੇ ਨੇ। ਇਸ ਲਈ ਲੋਕ ਹਸਪੀਟਲ ਜਾਣ ਤੋਂ ਡਰਦੇ ਆ। ਜੇ ਹਸਪੀਟਲ ਜਾਵਾਂਗੇ ਤਾਂ ਉੱਥੋਂ ਮੌਤ ਹੀ ਮਿਲਣੀ ਹੈ। ਠੀਕ ਹੈ ਸਰ, ਸ਼ੁਕਰੀਆ, ਧੰਨਵਾਦ ਸਾਨੂੰ ਜੁੜਨ ਦੇ ਲਈ। ਦੇਖੋ, ਅਸੀਂ ਅਪੀਲ ਆਪਣੇ ਦਰਸ਼ਕਾਂ ਨੂੰ ਇਹ ਵੀ ਕਰ ਰਹੇ ਹਾਂ, ਸਾਡੀ ਕੋਸ਼ਿਸ਼ ਇਹ ਵੀ ਹੈ ਕਿ ਅਸੀਂ ਇਸ ਮੁੱਦੇ ਨੂੰ ਸਰਕਾਰ ਦੇ ਨੁਮਾਇੰਦਿਆਂ ਤੱਕ ਪਹੁੰਚਾਈਏ, ਪਰ ਇਸ ਵਿਚਾਲੇ ਅਸੀਂ ਅਪੀਲ ਇਹ ਵੀ ਕਰਾਂਗੇ ਕਿ ਦੇਖੋ ਪੂਰਾ ਸਿਸਟਮ ਸਿਰਫ ਪੰਜਾਬ ਦੇ ਲੋਕਾਂ ਦੇ ਲਈ ਹੀ ਲੱਗਿਆ ਹੋਇਆ ਹੈ। ਇਸ ਕਰਕੇ ਤੁਸੀਂ ਜਿਹੜਾ ਪੂਰਾ ਸਿਹਤ ਵਿਭਾਗ ਹੈ ਉਸ ਦੀ ਤਾਂ ਮਦਦ ਜ਼ਰੂਰ ਕਰੋ, ਜੋ ਵੀ ਤੁਹਾਨੂੰ ਉਹ ਗਾਈਡਲਾਈਨਸ ਦਿੰਦੇ ਨੇ ਉਸ ਦੀ ਪਾਲਣਾ ਜ਼ਰੂਰ ਕਰੋ। ਜੇਕਰ ਤੁਹਾਨੂੰ ਕਰੋਨਾ ਹੋਇਆ ਜਾਂ ਜੇ ਕਰੋਨਾ ਦੇ ਇਸ ਕਾਲ ਦੇ ਵਿੱਚ ਬਹੁਤ ਸਾਰੀਆਂ ਵੈਸੇ ਵੀ ਗਾਈਡਲਾਈਨਸ ਹੈਗੀਆਂ ਨੇ, ਉਸ ਦੀ ਅਸੀਂ ਗੱਲਬਾਤ ਕਰਾਂਗੇ। ਇਸ ਵਿਚਾਲੇ ਸਾਡੇ ਨਾਲ ਕੁਝ ਦਰਸ਼ਕ ਹੋਰ ਵੀ ਜੁੜਨਗੇ, ਉਹਨਾਂ ਦਾ ਵੀ ਅਸੀਂ ਰੁਕ ਕਰਾਂਗੇ, ਪਰ ਮੈਂ ਆਪਣੇ ਜਿਹੜੇ ਮਹਿਮਾਨ ਨੇ ਉਹਨਾਂ ਤੋਂ ਇੱਕ ਰਿਐਕਸ਼ਨ ਲੈ ਲਾਂ। ਚੱਬੇਵਾਲ ਸਾਹਿਬ, ਮੈਂ ਤੁਹਾਡੇ ਕੋਲ ਆਉਂਗਾ। ਇੱਕ ਹੋਰ ਕਾਲਰ ਸਾਡੇ ਨਾਲ ਨੇ।
ਅੰਕੁਰ ਜੀ ਨੇ ਸਾਡੇ ਤੋਂ ਜਲੰਧਰ ਤੋਂ ਸਾਡੇ ਨਾਲ ਜੁੜ ਰਹੇ ਨੇ। ਅੰਕੁਰ ਜੀ ਸਵਾਗਤ ਹੈ, ਕੀ ਕਹਿਣਾ ਚਾਹੋਗੇ? सर मेरा यह कहना है कि जो सरकार ने लॉकडाउन लगाया वो बहुत ही गलत लगाया पंजाब गवर्नमेंट ने। सेंटर दी हदायतां मनियां बहुत जरूरी ने। ठीक है अंकुर जी, धन्यवाद। ਅਸੀਂ ਅੱਜ ਮੁੱਦਾ ਦੂਜਾ ਚੁਣਿਆ ਹੋਇਆ ਸੀ। ਖੈਰ ਤੁਸੀਂ ਆਪਣੀ ਜਿਹੜੀ ਗੱਲ ਰੱਖਣਾ ਚਾਹੁੰਦੇ ਹੋ ਤੁਸੀਂ ਉਹ ਰੱਖੀ ਹੈ। ਲਾਕਡਾਊਨ ਨੂੰ ਲੈ ਕੇ ਵੀ ਅਸੀਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੇ ਇਸ ਦੇ ਉੱਤੇ ਇਤਰਾਜ਼ ਜਤਾਇਆ, ਖਾਸ ਤੌਰ ਤੇ ਜਿਨ੍ਹਾਂ ਦੇ ਰੋਜ਼ਗਾਰ ਜੁੜੇ ਹੋਏ ਨੇ। ਇਸ ਵਿਚਾਲੇ ਸਾਡੇ ਨਾਲ ਕੁਝ ਜਿਹੜੇ ਵਿਧਾਇਕ ਨੇ ਜਿਨ੍ਹਾਂ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆ ਗਈ ਸੀ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। पर मैं एक बार फिर तो अपने मेहमानों का रुख करदा हां। साडे नाल मेहमान जुड़े हुए ने। ਚੱਬੇਵਾਲ ਸਾਹਿਬ, मैं तुहाडा रिएक्शन चाहूंगा क्योंकि ये लोगों की एक आवाज़ है जिहड़ी असीं सुनाउण दी कोशिश कर रहे हैं, सरकार तक पहुंचाउण दी कोशिश कर रहे हैं। लोगों को यह लगता सी घर रहे, होम आइसोलेट रहे, घर दे विच रहे, इत्थे दवाई लैके ठीक हो जाएंगे, हस्पताल गए तो फिर साडा बचाव बहुत औखा। ਚੱਬੇਵਾਲ ਸਾਹਿਬ। गौरव जी, एक्चुअली ਢਾਂਡਾ ਸਾਹਿਬ ਹੁਣੇ अपने विचार दस रहे सी कि नथिंग इज़ वैल। मैं इन्हों जरूर कहना चाहता कि साडा जिन्ने भी फ्रंट लाइन वारीयर्स ने, साडा हैल्थ स्टाफ है, साडे पुलिस ऑफिशियल्स ने, पुलिस स्टाफ है, वो बहुत ही मुस्तैदी दे नाल इस बीमारी दे नाल लड़ाई लड़ रहे हैं। डिफरेंट पंजाब गवर्नमेंट के डिपार्टमेंट्स ने। सानू उन्होंने एक तो जरूर शाबाशी भी देनी चाहिए है, सानू उन्होंने इनकरेज भी करना चाहिए जस्ट फॉर सेक ऑफ कि नहीं जी असी ओपोजिशन च है, असी जड़ियाँ हैल्थ फैसिलिटीज़ है पंजाब दियां असी उन्होंने भंडना ही है। इस करके आपां नूं सिर्फ फॉर सेक ऑफ ओपोजिशन नहीं कहना चाहिए। ਜਿਹੜੇ कुछ अच्छे पॉइंट्स ने सिविल हॉस्पिटल्स ਦੇ ਵਿੱਚ बहुत अच्छे पॉइंट्स भी ने, और साडे जिन्ने भी डॉक्टर्स ने 24 आवर्स अराउंड द क्लॉक वो ड्यूटी ते ने, अच्छा ट्रीटमेंट चल रहा है। कुछ एक्सैप्शनल केसेस जो होंगे है, कुछ एक्सैप्शनल केसेस करके सानू जो टोटल जो चल रहा प्रोसीजर ਜਾਂ जो ट्रीटमेंट्स चल रहे हैं सानू उन्होंने गलत नहीं कह देना चाहिए। जेकर अज तुसी हालात देखो, साडे पंजाब दियां रीसेंटली पिछे हैल्थ फैसिलिटीज़ बेस्ट डिकलेयर कीतियां गईयां, और इस दे नाल नाल जेकर असी दूजियां स्टेट्स नूं कंपेयर करिए, अज इन्हां दियां सरकारां यूपी च ने, बिहार च ने, जेकर उन्हां च हालात देखिए तो पंजाब नालों ते किते बदतर ने। और उत्थे हॉस्पिटल दा ਚੱਬੇਵਾਲ ਸਾਹਿਬ बेड्स दा की, वेंटिलेटर्स दा की, हॉस्पिटल्स भी अवेलेबल ने। सर देखो, और जिथे तक माफी चाहुंदा ਤੁਹਾਨੂੰ ਵਿਚਾਲੇ ਰੋਕ ਰਹੇ ਹਾਂ, जिथे तक ਤੁਸੀਂ वीआईपीज़ ਦੀ ਗੱਲ ਪੰਜਾਬ ਦੇ ਵਿੱਚ ਮਾਹੌਲ ਸੀ ਨਾ ਸਰ, ਉਹ ਬਿਲਕੁਲ ਸਟਾਰਟਿੰਗ ਵਾਲਾ ਸੀ। ਅਸੀਂ ਦੇਸ਼ ਦੇ ਵਿੱਚ ਲਾਕਡਾਊਨ ਕਰਿਆ ਉਦੋਂ ਕਿੰਨੇ ਕੇਸ ਸੀ? 500, 1000, 2000 ਪੂਰੇ ਦੇਸ਼ ਦੇ ਵਿੱਚ। ਪਰ ਅੱਜ ਤਾਂ ਬਿਲਕੁਲ ਪਿਕਚਰ ਬਦਲ ਚੁੱਕੀ ਹੈ ਸਰ। ਅੱਜ 1500 1800 ਰੋਜ਼ ਮਾਮਲੇ ਪੰਜਾਬ ਦੇ ਵਿੱਚ ਆ ਰਹੇ ਨੇ। ਇਹ ਤਾਂ ਹੁਣ ਪ੍ਰੀਖਿਆ ਦੀ ਘੜੀ ਹੈ। ਇਹ ਤਾਂ ਤੁਸੀਂ ਵੀ ਮੰਨੋਗੇ ਕਿ ਹੁਣ ਤੱਕ 200 ਕੇਸ, 100 ਕੇਸ, 50 ਕੇਸ, 300 ਕੇਸ, 400 ਕੇਸ ਐਵੇਂ ਆ ਰਹੇ ਸੀ, ਸੰਭਾਲ ਰਹੇ ਸੀ ਅਸੀਂ। ਪਰ ਜਦੋਂ 1700 1800 ਕੇਸ ਆ ਰਹੇ, 2000 ਦੇ ਨੇੜੇ ਕੇਸ ਆ ਰਹੇ ਨੇ, ਤਾਂ ਚੈਲੰਜ ਤਾਂ ਉਸ ਸਮੇਂ ਹੀ ਹੈ ਨਾ। ਸਾਡੀਆਂ ਤਿਆਰੀਆਂ ਕੀ ਹੈ ਉਹਨਾਂ ਦਾ ਖੁਲਾਸਾ ਤਾਂ ਉਸ ਵੇਲੇ ਹੀ ਹੋਏਗਾ ਨਾ। ਅਸੀਂ ਇਸ ਸਿਚੁਏਸ਼ਨ ਦੇ ਨਾਲ ਲੜਨ ਦੇ ਲਈ ਪੂਰੀ ਮੁਸਤੈਦੀ ਦੇ ਨਾਲ ਤਿਆਰ ਹੈ। ਸਾਡੇ ਚਾਹੇ ਪ੍ਰਾਈਵੇਟ ਹਸਪੀਟਲਸ ਨੇ, ਗਵਰਨਮੈਂਟ ਸੈਟਅਪ ਦੇ ਵਿੱਚ ਅਸੀਂ ਸਾਰਿਆਂ ਨਾਲ ਕੋਆਰਡੀਨੇਟ ਕੀਤਾ ਹੋਇਆ, ਵੈਂਟੀਲੇਟਰਸ ਰੈਡੀ ਨੇ, ਬੈੱਡਸ ਰੈਡੀ ਨੇ। ਸਾਡੇ ਵੱਲੋਂ ਕਿਸੇ ਵੀ ਚੀਜ਼ ਦੀ ਪੰਜਾਬ ਸਰਕਾਰ ਵੱਲੋਂ ਕਮੀ ਨਹੀਂ ਹੈ। ਕੁਆਰੰਟਾਈਨ ਸੈਂਟਰ ਜਿਹੜੇ ਨੇ ਉਹ ਬਹੁਤ ਅੱਛੀ ਤਰ੍ਹਾਂ ਚੱਲ ਰਹੇ ਆ। ਬਾਕੀ ਜਿਸ ਤੱਕ ਤੁਸੀਂ ਵੀਆਈਪੀਜ਼ ਦੀ ਗੱਲ ਕੀਤੀ ਹੈ, ਜੇਕਰ ਮੰਤਰੀਆਂ ਦੀ ਗੱਲ ਕਰੀਏ ਤਾਂ ਬੀਜੇਪੀ 'ਚ ਵੀ ਜੇਕਰ ਅਮਿਤ ਸ਼ਾਹ ਜੀ ਜਦੋਂ ਕੋਰੋਨਾ ਪੋਜ਼ਿਟਿਵ ਆਏ ਆ, ਉਹ ਵੀ ਪਹਿਲਾਂ ਪ੍ਰਾਈਵੇਟ ਹਸਪੀਟਲ 'ਚ ਗਏ ਆ। एक्चुअली ਜਿਹੜੇ ਕੁਝ ਵੀਆਈਪੀਜ਼ ਨੇ ਉਹਨਾਂ ਦਾ ਆਪਣਾ ਮਾਈਂਡਸੈਟ ਇਹ ਹੈ ਕਿ ਅਸੀਂ ਇਹੀ ਤਾਂ ਸਵਾਲ ਕਰ ਰਹੇ ਹਾਂ। ਹਰਿਆਣਾ ਦੇ ਮੁੱਖ ਮੰਤਰੀ ਪ੍ਰਾਈਵੇਟ ਹਸਪਤਾਲ 'ਚ ਚਲੇ ਗਏ। ਜੀ ਇਹ ਚੱਬੇਵਾਲ ਸਾਹਿਬ, ਅਸੀਂ ਤਾਂ ਤੁਸੀਂ ਜਿਹੜੇ ਅਸੀਂ ਦਿਖਾ ਰਹੇ ਹਾਂ ਨਾ ਅੰਕੜੇ, ਉਸ ਦੇ ਵਿੱਚ ਅਕਾਲੀ ਦਲ ਦੇ ਵਿਧਾਇਕ ਵੀ ਨੇ ਜੋ ਫੋਰਟਿਸ ਹਸਪਤਾਲ ਅੰਮ੍ਰਿਤਸਰ ਚਲੇ ਗਏ। ਉਸ ਦੇ ਵਿੱਚ ਕਾਂਗਰਸ ਦੇ ਵਿਧਾਇਕ ਵੀ ਹੈਗੇ ਨੇ, ਮੰਤਰੀ ਵੀ ਹੈਗੇ ਨੇ। ਹਾਂ ਗੌਰਵ ਜੀ ਐਕਚੁਅਲੀ ਸਾਰੇ ਨੇ ਸਰ। ਅਸੀਂ ਇਹੀ ਤਾਂ ਕਹਿ ਰਹੇ ਹਾਂ ਕਿ ਜਦੋਂ ਸਾਡੀਆਂ ਸਾਰੀਆਂ ਪਾਰਟੀਆਂ ਦੇ ਵਿਧਾਇਕ ਜਾਂ ਜਿਹੜੇ ਵੀਆਈਪੀਜ਼ ਨੇ ਉਹ ਨਹੀਂ ਜਾ ਰਹੇ ਸਰਕਾਰੀ ਹਸਪਤਾਲਾਂ 'ਚ, ਤਾਂ ਕਿਵੇਂ ਯਕੀਨ ਹੋਏਗਾ? ਮੈਂ ਤੁਹਾਡੇ ਕੋਲ ਵਾਪਸ ਆਉਣਾ। ਇਸ ਵਿਚਾਲੇ ਇੱਕ ਕਾਲਰ ਵੀ ਸਾਡੇ ਨਾਲ ਨੇ, ਮਨਦੀਪ ਜੀ ਬਠਿੰਡਾ ਤੋਂ। ਸਰ ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮਨਦੀਪ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ, ਵੇਖੋ ਜਿੰਨੇ ਵੀ ਐਮਐਲਏ ਆ ਜਿਨ੍ਹਾਂ ਨੂੰ ਸਹੂਲਤ ਮਿਲਦੀ ਉਹ ਪ੍ਰਾਈਵੇਟ ਹਸਪੀਟਲ ਜਾਂਦੇ ਆ ਜੀ। ਤੇ ਇਹਨਾਂ ਨੂੰ ਕੋਈ ਕੰਪਲਸਰੀ ਕਿਉਂ ਸਰਕਾਰੀ ਹਸਪੀਟਲ ਜਾਣ? ਨੰਬਰ 2 ਦੇ ਉੱਤੇ ਵੀ ਇਹਨਾਂ ਨੂੰ ਹਸਪਤਾਲਾਂ ਸਰਕਾਰੀ ਦੇ ਵਿੱਚ ਇਲਾਜ ਕਰੋ। ਬਾਕੀ ਜਿਹੜੀਆਂ ਹੁਣ ਕਿੰਨੀਆਂ ਵੀਡੀਓ ਆਈ ਜਾਂਦੀਆਂ, ਵੇਖੋ ਆਖੀ ਜਾਂਦੇ ਵੀ ਇੱਥੇ ਅੰਗ ਕੱਢ ਲਏ, ਇੱਥੇ ਨੇ ਆਹ ਕਰ ਲਿਆ, ਆਹ ਕਰ ਲਿਆ। ਕੀ ਸਰਕਾਰ ਇਹਨੂੰ ਕੰਡੈਮ ਨਹੀਂ ਕਰ ਸਕਦੀ? ਕੀ ਇਹਨਾਂ ਸਰਕਾਰ ਕੇਸ ਨਹੀਂ ਰੱਦ ਕਰ ਸਕਦੀ? ਜਾਂ ਸਰਕਾਰ ਗਲਤ ਹੈਗੀ ਹੈ ਜਾਂ ਲੋਕ ਗਲਤ ਹੈਗੇ? ਕੋਈ ਤਾਂ ਗਲਤ ਹੈਗਾ ਹੀ ਹੈ ਨਾ। ਨਹੀਂ, ਬਿਲਕੁਲ ਤੁਹਾਡਾ ਵੈਲਿਡ ਪੁਆਇੰਟ ਹੈਗਾ। ਹਾਲਾਂਕਿ ਬਹੁਤ ਸਾਰੀਆਂ ਉਸ ਦੇ ਉੱਤੇ ਰਿਸਰਚ ਵੀ ਹੋਈ ਹੈ, ਜਾਂ ਕਹੀਏ ਕਿ ਉਸ ਦਾ ਫੈਕਟ ਚੈੱਕ ਵੀ ਹੋਇਆ। ਬਹੁਤ ਸਾਰੀਆਂ ਰਿਪੋਰਟ ਗਲਤ ਵੀ ਨਿਕਲੀਆਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ ਵਾਇਰਲ ਨੇ। ਸ਼ੁਕਰੀਆ ਮਨਦੀਪ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਅਸੀਂ ਆਪਣੇ ਦਰਸ਼ਕਾਂ ਨੂੰ ਵੀ ਇੱਕ ਅਪੀਲ ਕਰਾਂਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਹਜ਼ਾਰਾਂ ਗੱਲਾਂ ਘੁੰਮਦੀਆਂ ਨੇ। ਤੁਸੀਂ ਇਸ ਚੀਜ਼ ਦਾ ਧਿਆਨ ਰੱਖੋ ਕਿ ਜਿਹੜਾ ਸੋਰਸ ਤੁਹਾਨੂੰ ਇਨਫੋਰਮੇਸ਼ਨ ਦੇਣ ਵਾਲਾ ਹੈਗਾ ਕਿ ਉਹ ਵਾਕਈ ਆਥੈਂਟਿਕ ਹੈ ਕਿ ਨਹੀਂ ਹੈ। ਤੁਸੀਂ ਉਸ ਦੇ ਉੱਤੇ ਭਰੋਸਾ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਹੋ।
ਇਸ ਚੀਜ਼ ਦਾ ਜ਼ਰੂਰ ਤੁਸੀਂ ਧਿਆਨ ਰੱਖਣਾ। ਅਸੀਂ ਆਪਣੇ ਕੁਝ ਹੋਰ ਜਿਹੜੇ ਸਾਡੇ ਨਾਲ ਵਿਧਾਇਕ ਨੇ ਉਹ ਵੀ ਜੁੜਨਗੇ, ਪਰ ਮੈਂ ਡਾਕਟਰ ਰਜਿੰਦਰ ਦਾ ਇੱਕ ਵਾਰੀ ਰੁਕ ਕਰਦਾ। ਡਾਕਟਰ ਸਾਹਿਬ, ਮੈਂ ਸਮਝਣਾ ਚਾਹਾਂਗਾ ਕਿਉਂਕਿ ਲੋਕ ਬਹੁਤ ਇਸ ਚੀਜ਼ ਨੂੰ ਲੈ ਕੇ, ਤੁਸੀਂ ਫੋਨ ਕਾਲ ਤੇ ਵੀ ਸੁਣ ਰਹੇ ਹੋ, ਬਹੁਤ ਸਾਰੇ ਲੋਕਾਂ ਨੇ ਜੋ ਜ਼ਿਕਰ ਕੀਤਾ ਹੈ। ਲੁਧਿਆਣਾ ਦੇ ਇੱਕ ਸਾਡੇ ਨਾਲ ਕਾਲਰ ਜੁੜੇ ਸੀ, ਉਹ ਤਾਂ ਇਹ ਕਹਿ ਗਏ ਕਿ ਲੋਕਾਂ ਨੂੰ ਡਰ ਲੱਗਦਾ ਕਿ ਅਸੀਂ ਘਰਾਂ ਤੋਂ ਸੁਰੱਖਿਅਤ ਹਾਂ, ਹਸਪਤਾਲ ਗਏ ਤਾਂ ਫਿਰ ਜਿਉਂਦੇ ਨਹੀਂ ਮੁੜਦੇ। ਮੈਂ ਸਮਝਣਾ ਚਾਹੁੰਦਾ ਕਿ ਹਸਪਤਾਲਾਂ 'ਚ ਕਿਵੇਂ ਇਲਾਜ ਹੁੰਦਾ ਹੈ। ਇੱਕ ਕਰੋਨਾ ਦਾ ਪੇਸ਼ੈਂਟ ਉੱਥੇ ਪਹੁੰਚ ਗਿਆ, ਉਹਨੇ ਵਾਸ਼ਰੂਮ ਵੀ ਜਾਣਾ ਹੈ, ਉਹਨੇ ਦਿਨ 'ਚ 3-4 ਟਾਈਮ ਖਾਣਾ ਵੀ ਖਾਣਾ ਹੈ, ਦਵਾਈ ਵੀ ਖਾਣੀ ਹੈ, ਉਸ ਨੂੰ ਕਿਵੇਂ ਟ੍ਰੀਟ ਕੀਤਾ ਜਾਂਦਾ ਹੈ? ਉੱਥੇ ਜਿਹੜਾ ਪੂਰਾ ਵਾਰਡ ਤੁਸੀਂ ਬਣਾਉਂਦੇ ਹੋ ਉਸ ਦੇ ਵਿੱਚ ਕੀ ਇੰਤਜ਼ਾਮ ਹੁੰਦੇ ਨੇ? ਦੇਖੋ, ਜਿਵੇਂ ਵਾਰ-ਵਾਰ ਉਹੀ ਗੱਲ ਆ ਜਾਂਦੀ ਨਾ, ਅਸੀਂ ਵੀ ਕਹਿ ਰਹੇ ਹਾਂ 85% ਮਰੀਜ਼ ਤਾਂ ਘਰੇ ਠੀਕ ਹੁੰਦੇ ਆ। ਅਸੀਂ ਖੁਦ ਕਹਿ ਰਹੇ ਹਾਂ ਉਹਨਾਂ ਨੂੰ ਘਰ ਆਉਣ ਦੀ, ਸਕੂਲ ਹਸਪਤਾਲਾਂ ਦੀ ਲੋੜ ਨਹੀਂ। ਜਿਨ੍ਹਾਂ ਨੂੰ ਆਉਂਦੀ ਪ੍ਰੋਬਲਮ, ਉਸ 'ਚ ਵੀ ਜਿਹੜੇ ਨੋਰਮਲ 10% ਮਰੀਜ਼ ਹੁੰਦੇ ਉਹ ਲੈਵਲ 2 ਤੇ ਠੀਕ ਹੋ ਜਾਂਦੇ ਆ। ਠੀਕ ਹੋ ਜਾਂਦੇ, ਸਾਰੇ ਠੀਕ ਹੋ ਕੇ ਗਏ ਆ, ਸਾਡੇ ਹਾਲੇ ਕੋਈ ਮੋਰਟੈਲਿਟੀ ਨਹੀਂ। ਜਿੰਨੇ ਪੇਸ਼ੈਂਟ ਅਸੀਂ ਰੱਖੇ ਸਾਰੇ ਠੀਕ ਹੋ ਰਹੇ। 5% ਪੇਸ਼ੈਂਟ ਜਿਹੜੇ ਹੁੰਦੇ ਜਿਨ੍ਹਾਂ ਨੂੰ ਨਾਲ ਡਾਇਬਟੀਜ਼ ਹੈ, ਸ਼ੂਗਰ ਦੀ ਬਿਮਾਰੀ ਹੈ, ਹਾਈਪਰਟੈਂਸ਼ਨ ਦੀ ਹੈ, ਕਿਡਨੀ ਪ੍ਰੋਬਲਮ, ਉਹਨਾਂ ਨੂੰ ਬਿਲਕੁਲ ਪ੍ਰੋਬਲਮ ਆਉਂਦੀ ਹੈ, ਉਹਨਾਂ ਦੀ ਮੋਰਟੈਲਿਟੀ ਬਹੁਤ ਜ਼ਿਆਦਾ ਹੈ। ਈਵਨ ਪੀਜੀ ਦੀ ਵੀ ਪਰਸੋਂ ਦੀ ਕੱਲ੍ਹ ਦੀ ਖਬਰ ਹੀ ਸੀ ਵੀ ਐਵਰੀ 4th ਪੇਸ਼ੈਂਟ ਇਨ ICU ਇਜ਼ ਡਾਈਂਗ। ਉਹ ਹੈ, ਉਹ ਉੱਥੇ ਪਹਿਲਾਂ ਬਹੁਤ ਸੀਰੀਅਸ ਮਰੀਜ਼, ਪਹਿਲੇ ਇੰਨੇ ਸੀਰੀਅਸ ਮਰੀਜ਼ ਹੁੰਦੇ ਆ ਕਿ ਮਰੀਜ਼ ਲੇਟ ਪਹੁੰਚਦੇ ਆ। ਜਿਵੇਂ ਆਪਾਂ ਪਹਿਲਾਂ ਕਹਿ ਰਹੇ, ਟੈਸਟ ਨਹੀਂ ਕਰਾਉਂਦੇ ਪਹਿਲਾਂ, ਜਦੋਂ ਸੈਚੂਰੇਸ਼ਨ ਘੱਟ ਜਾਂਦੀ ਉਸ ਤੋਂ ਬਾਅਦ ਐਕਸਰੇ ਕਰਾਉਂਦੇ ਆ, ਫਿਰ CT ਸਕੈਨ ਕਰਾਉਂਦੇ ਆ, ਲਾਸਟ ਤੇ ਜਾ ਕੇ ਕਰੋਨਾ ਟੈਸਟ ਕਰਾਉਂਦੇ ਆ। ਟੈਸਟ ਕਰਾਉਣ ਤੋਂ ਡਰਦੇ ਆ। ਜੇ ਇਹੀ ਟੈਸਟ ਮਰੀਜ਼ ਦਾ 10 ਦਿਨ ਪਹਿਲਾਂ ਹੋਇਆ ਹੁੰਦਾ ਤਾਂ ਉਸੇ ਟਾਈਮ ਉਹਦੀ ਟ੍ਰੀਟਮੈਂਟ ਸ਼ੁਰੂ ਹੋ ਜਾਂਦਾ, ਉਹਨੂੰ ਪ੍ਰੀਕਾਸ਼ਨ ਹੋ ਜਾਂਦੀ ਆ। ਤਾਂ ਇਸ ਸਟੇਜ 'ਤੇ ਜਾ ਹੀ ਨਾ। ਅਸੀਂ ਇਹੀ ਕਹਿਣਾ ਚਾਹ ਰਹੇ ਹਾਂ ਵੀ ਜਲਦੀ ਟੈਸਟ ਕਰਾਓ। ਜਦੋਂ ਵੀ ਥੋੜ੍ਹੀ ਜਿਹੀ ਸ਼ੱਕ ਲੱਗਦਾ ਹੈ, ਟੈਸਟ ਕਰਾਓ ਤੇ ਉਹਦੀ ਆਪਾਂ ਪ੍ਰੀਕਾਸ਼ਨ ਸ਼ੁਰੂ ਕਰ ਦਈਏ, ਆਈਸੋਲੇਸ਼ਨ ਕਰ ਦਈਏ ਮਰੀਜ਼ ਨੂੰ, ਉਹਦੀ ਟ੍ਰੀਟਮੈਂਟ ਸ਼ੁਰੂ ਕਰ ਦਈਏ। ਜੀ ਸਾਡੇ ਨਾਲ ਅਮਨ ਅਰੋੜਾ ਜੀ ਜੁੜ ਚੁੱਕੇ ਨੇ, ਵਿਧਾਇਕ ਨੇ ਆਮ ਆਦਮੀ ਪਾਰਟੀ ਦੇ। ਅਰੋੜਾ ਜੀ, ਮੈਂ ਤੁਹਾਡੇ ਕੋਲ ਆ ਰਿਹਾ, ਮੈਂ ਇੱਕ ਡਾਕਟਰ ਸਾਹਿਬ ਤੋਂ ਹੋਰ ਸਵਾਲ ਲੈਣਾ। ਡਾਕਟਰ ਸਾਹਿਬ, ਇਹ ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਕਰੋਨਾ ਦਾ ਟੈਸਟ ਮੁਫਤ ਦੇ ਵਿੱਚ ਹੁੰਦਾ ਹੈ ਜਾਂ ਕਿਸੇ ਡਾਕਟਰ ਦੇ ਵੱਲੋਂ ਸਲਾਹ ਜ਼ਰੂਰੀ ਹੈ ਤਾਂ ਹੀ ਟੈਸਟ ਹੋਏਗਾ? ਲੋਕ ਜਾਣਨਾ ਚਾਹੁੰਦੇ ਹੋਣਗੇ। ਸਰ, ਜਿਹੜਾ ਵੀ ਮਰੀਜ਼ ਕੋਈ ਆ ਕੇ ਕਵੇ ਅਸੀਂ ਵਲੰਟਰਲੀ ਉਹਨੂੰ ਟੈਸਟ ਕਰਨ ਦੀ, ਕੋਈ ਰਿਫਿਊਜ਼ ਨਹੀਂ ਕਰਦੇ। ਠੀਕ ਹੈ, ਅਸੀਂ ਉਹਨੂੰ ਜਿਹੜਾ ਵੀ ਆਉਂਦਾ ਟੈਸਟ ਕਰਦੇ ਰੋਜ਼ ਜੀ। ਟੈਸਟ ਹੋ ਗਏ, 1 ਫਰਵਰੀ ਨੂੰ ਅਸੀਂ ਟੈਸਟ ਸ਼ੁਰੂ ਕੀਤੇ ਸੀ ਤੇ ਕੋਈ ਕਿਸੇ ਨੂੰ ਪਰਚੀ ਦੀ ਲੋੜ ਨਹੀਂ, ਸਿਰਫ ਰਜਿਸਟ੍ਰੇਸ਼ਨ ਕਰਾਉਣੀ ਹੈ, ਜਿੱਥੇ ਆਪਣਾ ਨਾਮ ਦੱਸਣਾ ਹੈ, ਟੈਲੀਫੋਨ ਨੰਬਰ ਦੱਸਣਾ ਹੈ, ਤਾਂ ਕਿ ਮਰੀਜ਼ ਨੂੰ ਟ੍ਰੇਸ ਕਰ ਦਈਏ ਬਾਅਦ 'ਚ। ਇਸ ਕਰਕੇ ਅਸੀਂ ਸਾਰੀ ਉਹਦੀ ਐਂਟਰੀ ਜ਼ਰੂਰੀ ਹੈ, ਐਂਟਰੀ ਕਰਦੇ ਹਾਂ। ਉਸ ਤੋਂ ਬਾਅਦ ਉਹ ਟੈਸਟ ਦੀ ਟਾਈਮ 3 ਬੈਚ ਅਸੀਂ ਟੈਸਟ ਕਰਦੇ ਹਾਂ, 9:30, 10:30, 11:30, 12:30। ਤੇ ਜਦੋਂ ਮਰੀਜ਼ ਆਉਂਦਾ, ਜਿਹੜਾ ਉਹਦਾ ਬੈਚ ਹੁੰਦਾ, ਉਸ ਬੈਚ ਨੂੰ ਦੱਸ ਦਿੰਦੇ ਵੀ ਇੰਨੇ ਵਜੇ ਤੇਰਾ ਟੈਸਟ ਹੋਊਗਾ। ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ, ਬਿਲਕੁਲ ਹੈਸਲ ਫ੍ਰੀ ਆਨਲਾਈਨ ਸਾਰਾ ਕੰਮ ਹੈ। ਕਿਸੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਹੀਂ ਆਈ, ਕਿਸੇ ਨੇ ਸਾਨੂੰ ਕੋਈ ਕੰਪਲੇਂਟ ਦੱਸੀ ਵੀ ਨਹੀਂ ਹੈ। ਸਰ, ਪਤਾ ਨਹੀਂ ਤੁਹਾਡੇ ਤੱਕ ਕੰਪਲੇਂਟਸ ਕਿਉਂ ਨਹੀਂ ਪਹੁੰਚਦੀਆਂ, ਪਰ ਜਿਵੇਂ ਅਸੀਂ ਫੋਨ ਲਾਈਨ ਤੇ ਵੀ ਲੋਕਾਂ ਨੂੰ ਜੋੜ ਰਹੇ ਹਾਂ, ਕਈ ਲੋਕਾਂ ਨੇ ਤਾਂ ਸਾਨੂੰ ਫੋਨ ਕਰਕੇ ਵੀ ਦੱਸਿਆ ਕਿ ਸਾਡੇ ਪਰਿਵਾਰ ਦੇ ਵਿੱਚੋਂ ਕੁਝ ਲੋਕ ਆ ਗਏ, ਅਸੀਂ ਹਸਪਤਾਲ ਉਹਨਾਂ ਨੂੰ ਲੈ ਕੇ ਚਲੇ ਗਏ, ਉੱਥੇ ਉਹਨਾਂ ਦੀ ਇੰਨੀ ਹਾਲਤ ਖਰਾਬ ਹੋ ਗਈ ਕਿ ਉਹ ਦਿੱਕਤ ਮਹਿਸੂਸ ਕਰ ਰਹੇ ਸੀ ਕਿ ਇੱਥੇ ਸਾਨੂੰ ਬਹੁਤ ਪ੍ਰੋਬਲਮ ਹੈ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਸਾਡੇ ਨਾਲ ਇਸ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਜੀ ਜੁੜ ਚੁੱਕੇ ਨੇ। ਅਰੋੜਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤੁਹਾਡੇ ਕੋਲ ਸਰ ਆਵਾਂਗਾ ਵਾਪਸ। ਅਰੋੜਾ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਅਰੋੜਾ ਜੀ, ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੇ VIPs ਨੇ ਸਰਕਾਰੀ ਹਸਪਤਾਲਾਂ ਦਾ ਇਲਾਜ ਕਿਉਂ ਨਹੀਂ ਕਰਦੇ। ਇੱਕ ਤਾਂ ਤੁਸੀਂ ਆਪਣੀ ਸਿਹਤ ਬਾਰੇ ਜ਼ਰੂਰ ਦੱਸੋ, ਇਸ ਸਮੇਂ ਤੁਹਾਡੀ ਸਿਹਤ ਕਿਵੇਂ ਹੈ, ਤੇ ਸਵਾਲ ਇਹ ਵੀ ਹੈ ਕਿ ਪ੍ਰਾਈਵੇਟ ਜਾਂ ਸਰਕਾਰੀ, ਤੁਸੀਂ ਕਿਸ ਹਸਪਤਾਲ ਨੂੰ ਤਰਜੀਹ ਦੇ ਰਹੇ ਹੋ ਇਸ ਸਮੇਂ? ਨਹੀਂ, ਦੇਖੋ ਗੌਰਵ ਜੀ, ਇਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂੰਗਾ ਕਿ ਸਭ ਤੋਂ ਪਹਿਲਾਂ ਇਹ ਘਬਰਾਉਣ ਦੀ ਜਾਂ ਟੈਬੂ ਸਮਝਣ ਦੀ ਜ਼ਰੂਰਤ ਨਹੀਂ ਹੈ। ਹਰੇਕ ਬੰਦੇ ਨੂੰ ਜਦੋਂ ਬਹੁਤ ਵੀ ਡਾਊਟ ਲੱਗਦਾ ਉਹਨੂੰ ਇਮੀਡੀਏਟਲੀ ਟੈਸਟ ਕਰਾ ਲੈਣਾ ਚਾਹੀਦਾ। ਜਦ ਤੱਕ ਮੇਰਾ ਸਵਾਲ ਹੈ, ਮੈਨੂੰ ਜਦੋਂ ਸਭ ਤੋਂ ਥੋੜ੍ਹੇ ਜਿਹੇ ਸਿੰਪਟਮ ਲੱਗੇ ਨਾਲ ਟੈਸਟ ਕਰਾਇਆ ਤੇ ਅਰਲੀ ਦੇ ਉੱਪਰ ਜਿਹੜਾ ਟ੍ਰੀਟਮੈਂਟ ਹੈ ਉਹ ਸ਼ੁਰੂ ਹੋ ਗਿਆ। ਔਰ ਮੈਂ ਸਮਝਦਾ ਕਿ ਨੋ ਡਾਊਟ ਕਿ ਮਹਾਮਾਰੀ ਸਾਰੇ ਮੁਲਕ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਹੋਈ ਹੈ, ਪਰ ਵਿਲ ਪਾਵਰ ਇਹਦੇ 'ਚ ਬਹੁਤ ਸਟਰੋਂਗ ਚਾਹੀਦੀ ਹੈ ਤੇ ਪ੍ਰੀਕਾਸ਼ਨ ਜ਼ਰੂਰ ਰੱਖਣੀਆਂ ਚਾਹੀਦੀਆਂ ਨੇ। ਇਹ ਗੱਲ ਜਿਹੜੀ ਤੁਸੀਂ ਕੀਤੀ ਕਿ ਸਰਕਾਰੀ ਹਸਪੀਟਲ ਜਾਂ ਪ੍ਰਾਈਵੇਟ, ਮੈਂ ਆਪਣਾ ਇਲਾਜ ਹੈ ਜਿਹੜਾ ਉਹ ਮੈਂ ਘਰੀ ਹੋਮ ਆਈਸੋਲੇਟ ਹੋਇਆ ਹੋਇਆ ਤੇ ਆਪਣਾ ਮੇਰਾ ਸੁਨਾਮ ਦੇ ਵਿੱਚ ਕਾਲਜ ਔਰ ਹਸਪੀਟਲ ਹੈ, ਉੱਥੇ ਸਾਡੇ ਡਾਕਟਰ ਨੇ, ਉਹਨਾਂ ਤੋਂ ਹੀ ਟ੍ਰੀਟਮੈਂਟ ਲੈ ਰਿਹਾ ਤੇ ਬਿਲਕੁਲ ਠੀਕ ਆ, ਕੋਈ ਦਿੱਕਤ ਨਹੀਂ ਹੈ। ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਬਹੁਤ ਰੈਲੇਵੈਂਟ ਸਵਾਲ ਹੈ ਜੀ, ਪਰ ਮੇਰਾ ਇਸ ਤੋਂ ਮੈਂ ਇੱਕ ਕਦਮ ਅੱਗੇ ਜਾ ਕੇ ਮੈਂ ਗੱਲ ਕਰਨੀ ਚਾਹੂੰਗਾ ਗੌਰਵ ਜੀ। ਅੱਜ ਮਸਲਾ ਇਹ ਨਹੀਂ ਹੈ ਕਿ ਕੋਈ ਕਿਸੇ ਇਲਾਜ ਪ੍ਰਾਈਵੇਟ ਦੇ ਵਿੱਚ ਕਰਾ ਰਿਹਾ ਜਾਂ ਸਰਕਾਰੀ ਦੇ ਵਿੱਚ ਕਰ ਰਿਹਾ। ਅੱਜ ਸਵਾਲ ਇਹ ਹੈ ਕਿ ਇਹ ਸਾਡੇ ਇਲਾਕੇ ਦੇ ਵਿੱਚ ਤਾਂ ਬਹੁਤ ਹੋਇਆ ਪਿਆ ਕਿ ਪਿੰਡਾਂ ਦੇ ਵਿੱਚ ਲੋਕਾਂ ਨੇ ਮਤੇ ਪਾ ਦਿੱਤੇ ਕਿ ਅਸੀਂ ਸਰਕਾਰੀ ਡਾਕਟਰ ਨੂੰ ਚੈੱਕਅਪ ਕਰਾਉਣ ਵਾਸਤੇ ਅਸੀਂ ਵੰਡ ਨਹੀਂ ਦੇਣਾ ਹੈਗਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਲੋਕਾਂ ਦੇ ਵਿੱਚ ਜੀ ਇੰਨੀ ਵਿਸ਼ਵਾਸੀ ਸਰਕਾਰ ਦੇ ਪ੍ਰਤੀ ਜਾਂ ਸਰਕਾਰੀ ਸਿਸਟਮ ਦੇ ਪ੍ਰਤੀ, ਤੇ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਜਿਹੜਾ ਕਿ ਅੱਜ ਸਰਕਾਰ ਨੂੰ ਐਡਰੈਸ ਕਰਨਾ ਪਏਗਾ ਜੀ।
ਇਸ ਕਰਕੇ ਇਹ ਇੱਕ ਜਿਹੜਾ ਬੇਵਿਸ਼ਵਾਸੀ ਨਾ ਜੀ, ਸਾਰੀਆਂ ਚਲੋ ਸਰਕਾਰਾਂ ਦੇ ਵੱਲੋਂ ਕੋਸ਼ਿਸ਼ ਕਰਦੀਆਂ ਨੇ, ਸਾਰੇ ਰਾਜਾਂ ਦੀਆਂ ਸਰਕਾਰਾਂ ਕਰ ਰਹੀਆਂ ਨੇ ਆਪਦੇ ਨਾਗਰਿਕਾਂ ਨੂੰ ਠੀਕ ਕਰਨ ਦੇ ਲਈ, ਪਰ ਪੰਜਾਬ ਦੇ ਵਿੱਚ ਇੰਨੀ ਬੇਵਿਸ਼ਵਾਸੀ ਕਿਉਂ ਹੈ ਸਰਕਾਰੀ ਤੰਤਰ ਦੇ ਉੱਪਰ? ਅੱਜ ਦੀ ਤਾਰੀਖ ਦੇ ਵਿੱਚ ਲੋਕਾਂ ਨੂੰ ਡਰ ਕਰੋਨਾ ਤੋਂ ਘੱਟ ਲੱਗ ਰਿਹਾ ਹੈ ਤੇ ਸਰਕਾਰੀ ਹਸਪਤਾਲ ਦੇ ਵਿੱਚ ਲੈ ਨਾ ਜਾਣ ਸਾਨੂੰ, ਇਸ ਗੱਲ ਦਾ ਡਰ ਵੱਧ ਬਣਿਆ ਹੋਇਆ ਹੈ। ਤੋਂ ਇਹ ਡਰ ਹੈ ਜਿਹੜਾ ਇੱਕ ਇਨਸਾਨ ਹੈ ਲੋਕਾਂ ਦਾ, ਇਹ ਸਰਕਾਰ ਨੂੰ, ਸੀਐਮ ਸਾਹਿਬ ਨੂੰ, ਹੈਲਥ ਡਿਪਾਰਟਮੈਂਟ ਨੂੰ ਅੱਗੇ ਹੋ ਕੇ ਇਹ ਡਰ ਹੈ ਜਿਹੜਾ ਔਰ ਇੱਕ ਖਦਸ਼ਾ ਜਿਹੜਾ ਇਹ ਦੂਰ ਕਰਨਾ ਪਏਗਾ, ਕਿਉਂਕਿ ਇੰਨੀ ਬੇਵਿਸ਼ਵਾਸੀ ਦੇ ਨਾਲ ਕੰਮ ਨਹੀਂ ਚੱਲਣਾ ਹੈਗਾ, ਇਹਦਾ ਟ੍ਰੀਟਮੈਂਟ ਨਹੀਂ ਹੋਣਾ ਹੈਗਾ ਇੰਨੀ ਬੇਵਿਸ਼ਵਾਸੀ। ਬਿਲਕੁਲ, ਸ਼ੁਕਰੀਆ ਅਰੋੜਾ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਉਮੀਦ ਕਰਾਂਗੇ ਕਿ ਤੁਸੀਂ ਜਲਦੀ ਸਿਹਤਯਾਬ ਹੋਵੋ। ਅਰੋੜਾ ਜੀ ਦੀ ਇੱਕ ਦਿਨ ਪਹਿਲਾਂ ਹੀ ਕੋਰੋਨਾ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਤੇ ਉਮੀਦ ਕਰਾਂਗੇ ਕਿ ਜਲਦੀ ਉਹ ਸਿਹਤਯਾਬ ਹੋ ਗਏ, ਇੱਕ ਵਾਰ ਫਿਰ ਤੋਂ ਉਸੇ ਤਰ੍ਹਾਂ ਐਕਟਿਵ ਨਜ਼ਰ ਆਉਣ। ਹਾਲਾਂਕਿ ਹੁਣ ਵੀ ਉਹ ਖੂਬ ਐਕਟਿਵ ਨੇ ਤੇ ਸਾਡੇ ਨੂੰ ਉਹਨਾਂ ਨੇ ਫੋਨ ਲਾਈਨ ਤੇ ਆ ਕੇ ਸਮਾਂ ਵੀ ਦਿੱਤਾ। ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਚੱਬੇਵਾਲ ਸਾਹਿਬ, ਮੈਂ ਢਾਂਡਾਈ ਕੋਲ ਜਾਵਾਂ ਉਸ ਤੋਂ ਪਹਿਲਾਂ ਇੱਕ ਰਿਐਕਸ਼ਨ ਲਵਾਂਗਾ ਤੁਹਾਡਾ, ਜੋ ਅਮਨ ਅਰੋੜਾ ਜੀ ਨੇ ਜ਼ਿਕਰ ਕੀਤਾ ਕਿ ਜਿਹੜਾ ਬੇਭਰੋਸਗੀ ਹੈ ਨਾ, ਇਹ ਬਹੁਤ ਬੜੀ ਦਿੱਕਤ ਹੈ। ਇਹ ਲੋਕ ਜੇ ਭਰੋਸਾ ਨਹੀਂ ਕਰਨਗੇ ਸਾਡੇ ਸਿਸਟਮ ਦੇ ਉੱਤੇ ਤਾਂ ਫਿਰ ਕੰਮ ਚੱਲੇਗਾ ਕਿਵੇਂ? ਕਿ ਕਿਤੇ ਨਾ ਕਿਤੇ ਬੇਭਰੋਸਗੀ ਤਾਂ ਵਧੀ ਹੈ ਲੋਕਾਂ ਦੇ ਵਿੱਚ, ਖਾਸ ਤੌਰ ਤੇ ਸਰਕਾਰੀ ਹਸਪਤਾਲਾਂ ਨੂੰ ਲੈ ਕੇ। ਗੌਰਵ ਜੀ, ਇਸ ਵੇਲੇ ਜਿਹੜੀ ਗੱਲ ਹੈ ਅਮਨ ਜੀ ਕਰ ਰਹੇ ਆ, ਸਭ ਤੋਂ ਪਹਿਲਾਂ ਤੇ ਮੈਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਡੇ ਜਿੰਨੇ ਵੀ ਵਿਧਾਇਕ, ਸਾਡੇ ਮੰਤਰੀ ਸਾਹਿਬਾਨ, ਸਾਡੇ ਜਿੰਨੇ ਵੀ ਲੋਕ ਹਿੰਦੁਸਤਾਨ ਦੇ ਵਿੱਚ ਕਰੋਨਾ ਪੋਜ਼ਿਟਿਵ ਨੇ, ਬਹੁਤ ਜਲਦੀ ਉਹ ਠੀਕ ਹੋਣ, ਸਿਹਤਯਾਬ ਹੋਣ। ਔਰ ਦੂਸਰਾ, ਜਿਹੜੀ ਅਮਨ ਅਰੋੜਾ ਜੀ ਨੇ ਖਦਸ਼ਿਆਂ ਦੀ ਗੱਲ ਕੀਤੀ ਹੈ, ਇਹ ਖਦਸ਼ੇ ਬਿਲਕੁਲ ਉਹਨਾਂ ਦੀ ਗੱਲ ਕਿਤੇ ਨਾ ਕਿਤੇ ਸਹੀ ਹੈ। ਇਹ ਖਦਸ਼ੇ ਸਿਰਫ ਪੰਜਾਬ 'ਚ ਹੀ ਨਹੀਂ ਹੈ, ਇਹ ਪੂਰੇ ਵਰਲਡ ਓਵਰ ਨੇ। USA, ਯੂਰਪੀਅਨ ਕੰਟਰੀਜ਼ ਜਿੱਥੇ ਬੈਸਟ ਹੈਲਥ ਫੈਸਿਲਿਟੀਜ਼ ਨੇ, ਉੱਥੇ ਵੀ ਜਿਹੜੇ ਉਹਨਾਂ ਦੇ ਗਵਰਨਮੈਂਟ ਸੈਟਅਪ ਸੀ, ਉਹਨਾਂ ਨੇ ਬਿਲਕੁਲ ਉਹਨਾਂ ਦੀ ਬੱਸ ਹੋ ਗਈ, ਉਹਨਾਂ ਨੇ ਹੱਥ ਆਪਣੇ ਖੜੇ ਕਰਤੇ, ਕਿਉਂਕਿ ਨੰਬਰ ਆਫ ਪੇਸ਼ੈਂਟਸ ਇੰਨੇ ਔਰ ਲੋਕਾਂ ਦੇ ਵਿੱਚ ਘਬਰਾਹਟ ਇੰਨੀ, ਐਜੂਕੇਸ਼ਨ ਕਿਤੇ ਨਾ ਕਿਤੇ ਉਹਨਾਂ ਕੰਟਰੀਜ਼ ਦੇ ਵਿੱਚ ਵੀ ਜਿਹੜੇ ਸਾਡੇ ਨਾਲੋਂ ਦੇ ਆਰ ਵੇ ਹੈਡ ਆਫ ਅਸ, ਉੱਥੇ ਵੀ ਇਹ ਜਿਹੜੀਆਂ ਸਮੱਸਿਆਵਾਂ ਆਈਆਂ। ਔਰ ਸਾਡੀ ਕੋਸ਼ਿਸ਼ ਕਿਤੇ ਨਾ ਕਿਤੇ, ਮੈਂ ਸਮਝਦਾ ਕਿ ਕਰੋਨਾ 'ਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ, ਜਿਹੜੀਆਂ ਡੈਥਸ ਹੋ ਰਹੀਆਂ, ਇੱਕ ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਲੋਕ ਬਹੁਤ ਲੇਟ ਰਿਪੋਰਟ ਕਰਦੇ ਨੇ, ਲੋਕ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹਨਾਂ ਨੂੰ ਕਰੋਨਾ ਹੋ ਗਿਆ ਜਾਂ ਉਹ ਕਰੋਨਾ ਪੋਜ਼ਿਟਿਵ ਹੋ ਗਏ, ਔਰ ਇਹ ਆਪਣੇ ਆਪ ਨੂੰ ਇਹ ਸਮਝਦੇ ਆ ਕਿ ਸਾਨੂੰ ਜੇਕਰ ਕਰੋਨਾ ਪੋਜ਼ਿਟਿਵ ਹੋ ਗਿਆ ਤਾਂ ਸਾਨੂੰ ਸੁਸਾਇਟੀ ਦੇ ਵਿੱਚ ਲੋਕ ਨਫ਼ਰਤ ਕਰਨਗੇ। ਔਰ ਮੈਂ ਸੁਸਾਇਟੀ ਨੂੰ ਵੀ, ਆਪਣੇ ਸਮਾਜ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹਨਾਂ ਨੂੰ ਵੀ ਆਪਣਾ ਨਜ਼ਰੀਆ ਜਿਹੜਾ ਕਿਤੇ ਨਾ ਕਿਤੇ ਇਸ ਬਿਮਾਰੀ ਦੇ ਪ੍ਰਤੀ ਚੇਂਜ ਕਰਨਾ ਚਾਹੀਦਾ, ਔਰ ਲੋਕਾਂ ਨੂੰ ਵੀ ਆਪਣਾ ਨਜ਼ਰੀਆ ਚੇਂਜ ਕਰਨਾ ਚਾਹੀਦਾ, ਤਾਂ ਕਿ ਲੋਕ ਜਿਹੜੇ ਆ ਉਹ ਜਲਦ ਤੋਂ ਜਲਦ ਜਿਹੜੇ ਆਪਣੇ ਆਪ ਨੂੰ ਜੇਕਰ ਪੋਜ਼ਿਟਿਵ ਵੀ ਹੋ ਜਾਣ ਤੇ ਸਮਾਜ ਦੇ ਵਿੱਚ ਸੁਰੱਖਿਅਤ ਮਹਿਸੂਸ ਕਰਨ। ਜ਼ਿਆਦਾ ਸਮੱਸਿਆਵਾਂ ਜਿਹੜੀਆਂ ਨੇ ਉਹ ਜਾਂ ਤੇ ਕੋਮੋਰਬਿਡ ਕੰਡੀਸ਼ਨਸ ਹੈਗੀਆਂ, ਜਾਂ ਤਾਂ ਉਹਨਾਂ ਕਰਕੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਲੇਟ ਰਿਪੋਰਟ ਕਰਦੇ ਨੇ, ਔਰ ਦੂਸਰੀ ਗੱਲ ਕਿ ਉਹਨਾਂ ਨੂੰ ਜਿਹੜਾ ਉਸ ਦਾ ਜਿਹੜਾ ਟੈਰਰ ਹੈ, ਜਿਹੜਾ ਉਹ ਟੈਨਸ਼ਨ ਹੈ ਕਿ ਜੀ ਪਤਾ ਨਹੀਂ ਕਰੋਨਾ ਮੀਨਸ ਡੈਥ, ਇਸ ਕਰਕੇ ਲੋਕ ਜਿਹੜੇ ਬਹੁਤ ਜ਼ਿਆਦਾ ਘਬਰਾਹਟ 'ਚ ਨੇ, ਕਈ ਕਾਰਡੀਅਕ ਅਰੈਸਟ ਵੀ ਹੋ ਰਹੀਆਂ ਨੇ। ਸੋ ਮੈਂ ਆਪਣੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਹਾਂ ਕਿ ਕਰੋਨਾ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। 95% ਕੇਸਿਸ ਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਆਉਂਦੀ, ਔਰ 5% ਕੇਸਿਸ ਦੇ ਲਈ ਸਾਡੇ ਹਸਪੀਟਲ, ਸਾਡਾ ਮੈਡੀਕਲ ਸਟਾਫ, ਪੈਰਾਮੈਡੀਕਲ ਸਟਾਫ ਬਿਲਕੁਲ ਤਿਆਰ ਬਰ ਤਿਆਰ ਹੈ। ਸੋ ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ। ਔਰ ਮੈਂ ਟਾਂਡਾ ਸਾਹਿਬ ਵੀ ਬੈਠੇ ਨੇ, ਟਾਂਡਾ ਸਾਹਿਬ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ, ਇਸ ਤੋਂ ਪਹਿਲਾਂ ਕਿ ਟਾਂਡਾ ਸਾਹਿਬ ਨੂੰ ਬੇਨਤੀ ਕਰਾਂ, ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਕਿ ਕੁਝ ਕੇਸਿਸ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਲੋਕ ਇਸ ਤਰ੍ਹਾਂ ਗੁੰਮਰਾਹ ਕੀਤਾ ਜਾ ਰਿਹਾ ਲੋਕਾਂ ਨੂੰ, ਉਹ ਨਹੀਂ ਕਰਨਾ ਚਾਹੀਦਾ। ਔਰ ਦੂਸਰਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਮੈਡੀਕਲ ਫੀਲਡ ਦੇ ਵਿੱਚ ਟੈਸਟ ਨੇ, ਉਹ ਕੁਝ ਫਾਲਸ ਪੋਜ਼ਿਟਿਵ ਵੀ ਹੁੰਦੇ ਨੇ, ਫਾਲਸ ਨੈਗੇਟਿਵ ਵੀ ਹੁੰਦੇ ਨੇ। ਜੇਕਰ ਕੁਝ ਰਿਪੋਰਟਸ ਹੁੰਦੀਆਂ ਉਹ ਫਾਲਸ ਨੈਗੇਟਿਵ ਵੀ ਆ ਸਕਦੀਆਂ, ਸਾਨੂੰ ਉਸ ਨੂੰ ਲੈ ਕੇ ਘਬਰਾਹਟ ਦੇ ਵਿੱਚ ਨਹੀਂ ਆਉਣਾ ਚਾਹੀਦਾ। ਬਜਾਏ ਘਬਰਾਹਟ ਦੇ ਆਉਣ ਦੇ ਸਾਨੂੰ ਆਪਣੇ ਡਾਕਟਰਸ ਦੇ ਨਾਲ ਇਨ ਟੱਚ ਰਹਿਣਾ ਚਾਹੀਦਾ। ਔਰ ਟਾਂਡਾ ਸਾਹਿਬ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸੈਂਟਰ ਗਵਰਨਮੈਂਟ ਨੂੰ ਜ਼ਰੂਰ ਸਾਡੇ ਬਿਹਾਫ ਤੇ, ਪੂਰੇ ਪੰਜਾਬ ਦੇ ਬਿਹਾਫ ਤੇ, ਪੰਜਾਬ ਦੇ ਸਰਕਾਰ ਦੇ ਬਿਹਾਫ ਤੇ ਜ਼ਰੂਰ ਬੇਨਤੀ ਕਰਨ ਕਿ ਕਰੋਨਾ ਦੇ ਨਾਲ ਲੜਨ ਦੇ ਲਈ, ਕੋਵਿਡ ਦੇ ਨਾਲ ਲੜਨ ਦੇ ਲਈ ਆਰਥਿਕ ਸਹਾਇਤਾ ਜਿਹੜੀ ਹੈ ਉਹ ਵੀ ਕੇਂਦਰ ਸਰਕਾਰ ਜਿਹੜੀ ਵੱਧ ਤੋਂ ਵੱਧ ਪ੍ਰੋਵਾਈਡ ਕਰੇ। ਮਦਦ ਵੀ ਇੱਕ ਦੂਜੇ ਦੀ ਕਰਾਂਗੇ ਅਸੀਂ, ਆਮ ਲੋਕਾਂ ਤੱਕ ਵੀ ਹੈ, ਸਰਕਾਰਾਂ ਤੱਕ ਵੀ ਹੈ। ਸਰ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਸਾਡੇ ਨਾਲ ਇਸ ਵਿਚਾਲੇ ਫੋਨ ਲਾਈਨ ਦੇ ਉੱਤੇ ਚੱਬੇਵਾਲ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆ ਰਿਹਾ। ਸਾਡੇ ਨਾਲ ਫੋਨ ਲਾਈਨ ਤੇ ਇਸ ਸਮੇਂ ਅਮਰੀਕ ਸਿੰਘ ਢਿੱਲੋਂ ਜੀ ਜੁੜੇ ਹੋਏ ਨੇ, ਵਿਧਾਇਕ ਨੇ ਸਮਰਾਲਾ ਤੋਂ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਤੁਹਾਡੀ ਰਿਪੋਰਟ ਪੋਜ਼ਿਟਿਵ ਆਈ ਸੀ, ਉਮੀਦ ਹੈ ਤੁਸੀਂ ਹੁਣ ਬਿਲਕੁਲ ਸਿਹਤਯਾਬ ਹੋ ਚੁੱਕੇ ਹੋ, ਠੀਕ ਹੋ। ਪਰ ਅਸੀਂ ਸਵਾਲ ਇਹ ਪੁੱਛ ਰਹੇ ਹਾਂ ਕਿ ਜਿਹੜੇ VIPs ਨੇ ਉਹ ਸਰਕਾਰੀ ਹਸਪਤਾਲਾਂ ਦਾ ਰੁਖ ਕਿਉਂ ਨਹੀਂ ਕਰਦੇ? ਅਮਰੀਕ ਜੀ, ਜੇਕਰ ਤੁਸੀਂ ਇਸ ਦੇ ਉੱਤੇ ਆਪਣਾ ਪ੍ਰਤੀਕਰਮ ਦੇ ਸਕੋ ਤੇ ਆਪਣੀ ਸਿਹਤ ਵੀ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਇਸ ਸਮੇਂ ਤੁਸੀਂ ਸਿਹਤਯਾਬ ਹੋ। ਬਿਲਕੁਲ ਜੀ, ਮੈਂ 100% ਬਿਲਕੁਲ ਸਹੀ ਹਾਂ ਜੀ। ਪਰ ਮੈਂ ਇੱਕ
ਸਾਰੀ ਜਨਤਾ ਨੂੰ, ਆਪਣੇ ਭਰਾਵਾਂ ਨੂੰ ਰਾਏ ਦੇਣਾ ਚਾਹੁੰਦਾ ਜੀ। ਜਿਹੜਾ ਵੀ ਕਰੋਨਾ ਪੋਜ਼ਿਟਿਵ ਆਉਂਦਾ ਹੈ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਘਰ 'ਚ ਪੂਰਾ ਐਨ ਵਧੀਆ ਢੰਗ ਨਾਲ ਜਿੰਨੇ ਦਿਨ ਦਾ 14 ਜਾਂ 17 ਦਿਨ ਦਾ ਡਾਕਟਰ ਸਾਹਿਬ ਕਹਿੰਦੇ ਨੇ ਇਕਾਂਤਵਾਸ ਆਪਣੇ ਘਰ 'ਚ ਲੈਣਾ ਚਾਹੀਦਾ। ਗੱਲ ਬਨਿਸਬਤ ਇਸ ਦੇ ਕਿ ਅਸੀਂ ਬਹੁਤਾ ਹੌਸਪੀਟਲ ਭੱਜੀਏ, ਕੋਈ ਲੋੜ ਨਹੀਂ ਕਿਤੇ ਹੌਸਪੀਟਲ ਜਾਣ ਦੀ। ਤੁਸੀਂ ਉਨਾ ਹੀ ਧਿਆਨ ਆਪਣੇ ਘਰ ਦੇ ਵਿੱਚ ਰੱਖੋ। ਔਰ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿਣਾ ਕਿ ਮੇਰੇ ਪਰਿਵਾਰ ਦੇ ਵਿੱਚ ਮੈਨੂੰ, ਮੇਰੀ ਵਾਈਫ ਨੂੰ, ਮੇਰੀਆਂ ਦੋਨਾਂ ਬੇਟੀਆਂ ਨੂੰ, ਮੇਰੇ ਇੱਕ ਦੋਤੇ ਨੂੰ ਕਰੋਨੇ ਦਾ ਮਤਲਬ ਪੋਜ਼ਿਟਿਵ ਹੋ ਗਿਆ ਸੀ, ਕਿਉਂਕਿ ਮੈਨੂੰ 1-2 ਹਫ਼ਤੇ ਪਹਿਲਾਂ ਮਿਲਣ ਆ ਗਏ ਸੀ ਜੀ। ਅੱਜ ਸਾਰੇ ਦੇ ਸਾਰੇ ਆਪਣੇ ਘਰਾਂ ਦੇ ਵਿੱਚ ਨੇ ਔਰ ਘਰਾਂ 'ਚ ਦਵਾਈ ਲਿੱਤੀ ਹੈ। ਅੱਜ ਸਾਰੇ ਮਤਲਬ ਬਿਲਕੁਲ 100% ਠੀਕ ਨੇ। ਅੱਜ 14ਵਾਂ ਦਿਨ ਹੋ ਗਿਆ ਔਰ ਕਰੋਨੇ ਦਾ ਕੋਈ ਐਡੀ ਬੜੀ ਲੰਬੀ ਬਿਮਾਰੀ ਨਹੀਂ ਹੈਗੀ ਜੀ। ਢਿੱਲੋਂ ਸਾਹਿਬ, ਮੈਂ ਇੱਕ ਚੀਜ਼ ਜਾਣਨੀ ਚਾਹੁੰਦਾ, ਦਰਸ਼ਕ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਤੁਸੀਂ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਨਾਲ ਕੋਈ ਰਾਏ ਮਸ਼ਵਰਾ ਕੀਤਾ ਜਦੋਂ ਇਹ ਰਿਪੋਰਟ ਪੋਜ਼ਿਟਿਵ ਆਈ ਸੀ ਤੁਹਾਡੀ, ਜਦੋਂ ਤੁਹਾਡੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਪੋਜ਼ਿਟਿਵ ਆਈ? ਨਾਲ ਹਰ ਰੋਜ਼ ਇੱਕ ਟਾਈਮ ਗੱਲ ਕਰਦਾ ਰਿਹਾ, ਉਹਨਾਂ ਨੂੰ ਪੁੱਛ ਕੇ ਦਵਾਈ ਲੈਣੀ ਜੀ, ਜਾਂ ਜੇ ਆਪਣਾ ਮਤਲਬ ਜਿਹੜਾ ਸਾਡਾ ਹੈਗਾ ਸੀਗਾ ਆਕਸੀਜਨ ਤੇ ਆਪਣਾ ਮਤਲਬ ਦੂਸਰਾ ਪਰਸ 3-3 ਵਾਰ ਚੈੱਕ ਕਰਾਉਂਦੇ ਰਹੇ ਔਰ ਡਾਕਟਰ 2-2 ਵਾਰ ਦੇਖਦੇ ਵੀ ਰਹੇ, ਚੈੱਕ ਕਰਦੇ ਰਹੇ। ਸਭ ਤੋਂ ਜ਼ਰੂਰੀ ਹੈ ਵੀ ਤੁਸੀਂ ਆਪਣੀ ਜਿਹੜੀ ਆਕਸੀਜਨ ਹੈ ਉਹ 95-96 ਤੇ ਰਹਿੰਦੀ ਹੈ। ਜੇ ਤੁਹਾਨੂੰ ਕੋਈ ਕਰੋਨਾ ਕੁਛ ਨਹੀਂ ਕਰ ਸਕਦਾ ਹੈਗਾ ਔਰ ਬਸ਼ਰਤ ਹੈ ਕਿ ਕੋਈ ਹੋਰ ਸ਼ੂਗਰ ਜਾਂ ਕੋਈ ਕਿਸੇ ਨੂੰ ਕੋਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾ ਹੋਵੇ। ਔਰ ਇਸ ਤਰ੍ਹਾਂ ਪੁਰਾਣੇ ਟਾਈਮ ਦੇ ਵਿੱਚ ਆਪਾਂ ਨੂੰ ਜ਼ੁਕਾਮ ਹੋ ਜਾਂਦਾ ਸੀ, ਗੱਲ ਇਹਦੀ ਗੱਲ ਹੈ, ਇਹ ਤੋਂ ਵੱਡੀ ਕੋਈ ਗੱਲ ਹੈ ਨਹੀਂ ਜੀ ਇਹਦੀ ਗੱਲ। ਠੀਕ ਹੈ ਅਮਰੀਕ ਜੀ, ਤੁਸੀਂ ਬਹੁਤ ਵਧੀਆ ਸਲਾਹ ਦੇ ਰਹੇ ਹੋ। ਇਸ ਸਾਰੇ ਦਰਸ਼ਕਾਂ ਨੂੰ ਉਮੀਦ ਹੈ ਕਿ ਲੋਕਾਂ ਤੱਕ ਪਹੁੰਚੇਗਾ ਵੀ, ਕਿਉਂਕਿ ਜੋ ਕਰੋਨਾ ਦੇ ਦੌਰ ਦੇ ਵਿੱਚੋਂ ਨਿਕਲ ਗਿਆ ਉਸ ਨੂੰ ਜ਼ਿਆਦਾ ਚੀਜ਼ਾਂ ਦਾ ਪਤਾ ਹੁੰਦਾ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਟਾਂਡਾ ਸਾਹਿਬ, ਤੁਹਾਡਾ ਰਿਐਕਸ਼ਨ ਚਾਹਾਂਗਾ। ਸਰਕਾਰ ਦੇ ਨੁਮਾਇੰਦੇ ਲਗਾਤਾਰ ਦਾਅਵਾ ਕਰ ਰਹੇ ਨੇ ਕਿ ਆਲ ਇਜ਼ ਵੈਲ ਹੈ ਪ੍ਰਬੰਧਾਂ ਨੂੰ ਲੈ ਕੇ। ਦੇਖੋ ਗੌਰਵ ਜੀ, ਚੱਬੇਵਾਲ ਸਾਹਿਬ ਦੀ ਪਹਿਲਾਂ ਤਾਂ ਆਡੀਓ ਕਰਕੇ ਮੈਨੂੰ ਰਿਐਕਸ਼ਨ ਨਹੀਂ ਸੁਣਿਆ, ਪਰ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਸਾਡੇ 22 ਜ਼ਿਲ੍ਹਿਆਂ 'ਚੋਂ ਸਿਰਫ 6 ਜ਼ਿਲ੍ਹਿਆਂ 'ਚ ਲੈਵਲ 3 ਦਾ ਟ੍ਰੀਟਮੈਂਟ ਅਵੇਲੇਬਲ ਹੈ, ਉਹ ਵੀ 7 ਦੇ 7 ਮੈਡੀਕਲ ਕਾਲਜਸ ਦੇ ਵਿੱਚ ਹੈ। ਤੇ ਸਾਡੀ ਪੰਜਾਬ ਦੀ ਜਿਹੜੀ ਡੈਥ ਰੇਟ ਹੈ ਉਹ ਨਾਲ ਨੈਸ਼ਨਲ ਨਾਲੋਂ ਤਾਂ ਘੱਟ ਹੈ ਹੀ ਹੈ, ਨਾਲ ਦੇ ਸੂਬੇ ਹਰਿਆਣੇ ਨਾਲੋਂ 2 ਟਾਈਮਸ ਹੈ, ਹਿਮਾਚਲ ਨਾਲੋਂ 3 ਟਾਈਮਸ ਹੈ। ਸਾਡੇ ਗਵਰਨਮੈਂਟ ਹਸਪੀਟਲਸ ਦੀ ਕੰਡੀਸ਼ਨ ਹੈ ਜਿਹੜੀ ਬੜੀ ਪੈਥੈਟਿਕ ਹੈ। ਉੱਥੇ ਹਾਈਜੈਨਿਕ ਕੰਡੀਸ਼ਨ ਬਹੁਤ ਪੂਰ ਹੈ। ਉਹ ਜਿਹੜੇ ਬੰਦੇ ਗਏ ਹੈ ਉਹਨਾਂ ਦੇ ਹਾਲਾਤ ਸੁਣ ਕੇ ਸਾਰੇ ਡਰਦੇ ਹੈ, ਸਿਵਲ ਹਸਪੀਟਲ ਵੱਲ ਮੂੰਹ ਨਹੀਂ ਕਰਨਾ ਚਾਹੁੰਦੇ। ਇਹੀ ਵਜ੍ਹਾ ਹੈ ਕਿ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਸਰਕਾਰੀ ਹਸਪਤਾਲ ਨਹੀਂ ਜਾਣਾ। ਤੇ ਪਿਛਲੇ 5 ਮਹੀਨਿਆਂ 'ਚ ਜੋ ਰਿਐਕਸ਼ਨ ਰਿਹਾ ਪੰਜਾਬ ਸਰਕਾਰ ਦਾ ਉਹ ਐਸਾ ਰਿਹਾ, ਚਾਹੇ ਉਹ ਰਾਸ਼ਨ ਨੂੰ ਲੈ ਕੇ ਹੋਵੇ, ਚਾਹੇ ਉਹ ਹੈਲਥ ਫੈਸਿਲਿਟੀਜ਼ ਨੂੰ ਲੈ ਕੇ ਹੋਵੇ, ਚਾਹੇ ਉਹ ਐਂਬੂਲੈਂਸ ਗਈਆਂ ਉਹ ਬੜੇ ਮਾਲੇ ਹਾਲਾਤ 'ਚ ਗਈਆਂ, ਚਾਹੇ ਸਿਵਲ ਹਸਪਤਾਲ 'ਚ 2-2 ਦਿਨ ਟ੍ਰੀਟਮੈਂਟ ਨਹੀਂ ਸ਼ੁਰੂ ਕੀਤੀ, ਉਹਨੂੰ ਲੈ ਕੇ ਲੋਕੀ ਡਰਦੇ ਆ। ਲੋਕੀ ਕੋਈ ਸਿਵਲ ਹਸਪੀਟਲ, ਗਵਰਨਮੈਂਟ ਹਸਪੀਟਲ ਜਾਣਾ ਨਹੀਂ ਚਾਹੁੰਦਾ। ਗਵਰਨਮੈਂਟ ਹਸਪੀਟਲ ਮਿਜ਼ਰੇਬਲੀ ਕੋਲੈਪਸ ਕੀਤੇ ਆ ਅੱਜ ਦੇ ਹਾਲਾਤ ਦੇ ਵਿੱਚ। ਬਿਲਕੁਲ ਟਾਂਡਾ ਸਾਹਿਬ, ਮੈਂ ਮਾਫੀ ਚਾਹੁੰਦਾ ਵਿਚਾਲੇ ਤੁਹਾਨੂੰ ਰੋਕ ਰਿਹਾ। ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਦੇਖੋ ਤੁਸੀਂ ਲੁਧਿਆਣਾ ਦਾ ਖਾਸ ਤੌਰ ਤੇ ਜ਼ਿਕਰ ਕਰ ਰਹੇ ਹੋ। ਉਮੀਦ ਕਰਾਂਗੇ ਕਿ ਲੁਧਿਆਣਾ ਦਾ ਪ੍ਰਸ਼ਾਸਨ ਖੁੱਲ ਕੇ ਇਸ ਦੇ ਬਾਰੇ ਆ ਕੇ ਬੋਲੇ ਤੇ ਜਵਾਬ ਦੇਵੇ। ਸਾਡੇ ਨਾਲ ਡਾਕਟਰ ਸਾਹਿਬ ਜੁੜੇ ਹੋਏ ਨੇ, ਉਹ ਮੋਹਾਲੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਮੋਹਾਲੀ ਜ਼ਿਲ੍ਹੇ ਨੂੰ। ਹਾਲਾਂਕਿ ਅਸੀਂ ਆਲ ਓਵਰ ਪਿਕਚਰ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ ਟਾਂਡਾ ਸਾਹਿਬ ਸਾਡੇ ਨਾਲ ਜੁੜਨ ਦੇ ਲਈ। ਡਾਕਟਰ ਸਾਹਿਬ ਤੁਹਾਡਾ ਵੀ, ਚੱਬੇਵਾਲ ਸਾਹਿਬ ਤੁਹਾਡਾ ਵੀ ਧੰਨਵਾਦ। ਸਾਡੇ ਸਾਰੇ ਦਰਸ਼ਕਾਂ ਦਾ ਜੋ ਕਾਲ ਸਾਨੂੰ ਕਰ ਰਹੇ ਸੀ, ਕਈਆਂ ਦੀ ਨਹੀਂ ਲੱਗ ਸਕੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦਰਅਸਲ ਇਸ ਸਮੇਂ ਸਥਿਤੀ ਕੀ ਹੈ? ਸਰਕਾਰ ਦਾਅਵਾ ਕਰ ਰਹੀ ਹੈ ਕਿ ਹਸਪਤਾਲਾਂ ਦੇ ਵਿੱਚ ਇੰਤਜ਼ਾਮ ਮੁਕੰਮਲ ਨੇ, ਜਦਕਿ ਕਈ ਸਵਾਲ ਵੀ ਖੜੇ ਹੋ ਰਹੇ ਨੇ। ਕਦੀ ਕੋਈ ਵੀਡੀਓ ਬਣਾ ਕੇ ਰਿਲੀਜ਼ ਕਰ ਦਿੰਦਾ ਹੈ, ਅਸੀਂ ਵੀ ਕਈ ਵੀਡੀਓਜ਼ ਤੁਹਾਨੂੰ ਦਿਖਾਈਆਂ ਨੇ, ਤੇ ਇਸ ਵਿਚਾਲੇ ਕਈ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਸਰਕਾਰੀ ਹਸਪਤਾਲ 'ਚ ਜਿਹੜੇ ਇੰਤਜ਼ਾਮ ਮੁਕੰਮਲ ਨਹੀਂ। ਖੈਰ, ਸਵਾਲਾਂ ਦੇ ਵਿਚਾਲੇ ਸਾਡੀ ਅਪੀਲ ਜ਼ਰੂਰ ਹੈ ਕਿ ਤੁਸੀਂ ਜਿਹੜਾ ਸਿਹਤ ਵਿਭਾਗ ਹੈ ਉਸ ਦੇ ਨਾਲ ਜ਼ਰੂਰ ਉਹਨਾਂ ਦੀ ਮਦਦ ਕਰੋ, ਉਹਨਾਂ ਦਾ ਸਹਿਯੋਗ ਕਰੋ। ਇਸ ਸਮੇਂ ਸਭ ਤੋਂ ਜ਼ਰੂਰੀ ਇਹੀ ਹੈ। ਇਸ ਚਰਚਾ ਨੂੰ ਅਸੀਂ ਇੱਥੇ ਹੀ ਵਿਰਾਮ ਦੇਵਾਂਗੇ। ਇੱਕ ਛੋਟੇ ਜਿਹੇ ਵਕਫੇ ਦੇ ਲਈ ਰੁਕ ਰਹੇ ਹਾਂ, ਵਾਪਸ ਆਵਾਂਗਾ, ਤੁਹਾਡੀ ਰਾਏ ਦੱਸਾਂਗੇ ਕਿ ਸਾਡੇ ਦਰਸ਼ਕਾਂ ਦੀ ਕੀ ਰਾਏ ਹੈ ਜੋ ਅਸੀਂ ਅੱਜ ਸਵਾਲ ਪੁੱਛਿਆ ਸੀ। ਤੇ ਹੁਣ ਵਾਰੀ ਹੈ ਸਾਡੇ ਅੱਜ ਦੇ ਸਵਾਲ ਦਾ ਜਵਾਬ ਦੇਣ ਦੀ, ਜੋ ਸਾਡੀ ਦਰਸ਼ਕਾਂ ਦੀ ਰਾਏ ਹੈ ਉਹ ਤੁਹਾਨੂੰ ਦੱਸਣ ਦੀ। ਅਸੀਂ ਸਰਕਾਰੀ ਹਸਪਤਾਲਾਂ ਦੇ ਪੂਰੇ ਸਿਸਟਮ ਨੂੰ ਲੈ ਕੇ ਅੱਜ ਇਹ ਪੂਰੀ ਚਰਚਾ ਕੀਤੀ ਹੈ। ਵਿਰੋਧੀ ਸਵਾਲ ਚੁੱਕਦੇ ਰਹੇ, ਸਰਕਾਰ ਦਾਅਵਾ ਕਰਦੀ ਰਹੀ, ਪਰ ਸਾਡੇ ਨਾਲ ਜੁੜੇ ਦਰਸ਼ਕਾਂ ਨੇ ਵੀ ਬਹੁਤ ਕੁਝ ਸਾਫ਼ ਕਰ ਦਿੱਤਾ ਕਿ ਆਖਿਰ ਜ਼ਮੀਨੀ ਪੱਧਰ ਦੇ ਉੱਤੇ ਹੋ ਕੀ ਰਿਹਾ ਹੈ।
ਤੇ ਅਸੀਂ ਸਵਾਲ ਆਪਣੇ ਦਰਸ਼ਕਾਂ ਨੂੰ ਪੁੱਛਿਆ ਸੀ ਇਸੇ ਮੁੱਦੇ ਦੇ ਨਾਲ ਜੁੜਿਆ ਹੋਇਆ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਸਹੀ ਦੇਖਭਾਲ ਹੋ ਰਹੀ ਹੈ, ਤਾਂ ਜੋ ਜਵਾਬ ਆਇਆ ਹੈ ਉਹ ਸਰਕਾਰ ਨੂੰ ਦੇਖਣਾ, ਸਿਹਤ ਵਿਭਾਗ ਨੂੰ ਦੇਖਣਾ, ਇਹ ਪੂਰੇ ਡਿਪਾਰਟਮੈਂਟ ਨੂੰ ਦੇਖਣਾ ਬਹੁਤ ਜ਼ਰੂਰੀ ਹੈ। ਇਹ ਜਵਾਬ ਤੁਹਾਡੀ ਟੀਵੀ ਸਕਰੀਨ ਤੇ। ਜੀ ਹਾਂ, ਕਿਉਂਕਿ ਲੋਕਾਂ ਦੀ ਰਾਏ ਇਹੀ ਹੈ ਕਿ ਦੇਖਭਾਲ ਸਹੀ ਤਰੀਕੇ ਨਾਲ ਹਸਪਤਾਲਾਂ 'ਚ ਨਹੀਂ ਹੋ ਰਹੀ। ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੁਣੀ ਆਏਗਾ ਜਵਾਬ ਜੋ ਸਾਡੇ ਦਰਸ਼ਕਾਂ ਦੇ ਵੱਲੋਂ ਰਾਏ ਦਿੱਤੀ ਗਈ ਹੈ। ਸਾਡੇ ਦਰਸ਼ਕਾਂ ਦੇ ਵੱਲੋਂ ਰਾਏ ਜੋ ਆਈ ਹੈ, ਅੱਜ ਇੱਕ ਵੱਡਾ ਹਿੱਸਾ ਸਾਡੇ ਦਰਸ਼ਕਾਂ ਦਾ ਕਹਿ ਰਿਹਾ ਕਿ ਜੀ ਨਹੀਂ, 75% ਸਾਡੇ ਦਰਸ਼ਕਾਂ ਦਾ ਕਹਿਣਾ ਹੈ ਕਿ ਸਹੀ ਦੇਖਭਾਲ ਸਰਕਾਰੀ ਹਸਪਤਾਲਾਂ 'ਚ ਨਹੀਂ ਹੋ ਰਹੀ, ਜਦਕਿ 25% ਨੂੰ ਲੱਗਦਾ ਹੈ ਕਿ ਹਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਦੇਖਭਾਲ ਮਰੀਜ਼ਾਂ ਦੀ ਸਹੀ ਹੋ ਰਹੀ ਹੈ। ਕਹਿ ਰਹੇ ਤੁਹਾਡੀ ਰਾਏ ਹੈ, ਅਸੀਂ ਸਾਰੇ ਦਰਸ਼ਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਾਂਗੇ ਕਿ ਸਰਕਾਰ ਦੇ ਨੁਮਾਇੰਦਿਆਂ ਤੱਕ ਵੀ ਇਹ ਪਹੁੰਚੇਗੀ ਤੇ ਜਿੱਥੇ ਕੋਈ ਕਮੀ ਹੈ ਉਸ ਨੂੰ ਜਲਦ ਤੋਂ ਜਲਦ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਸਾਡੀ ਇਸ ਵਿਚਾਲੇ ਅਪੀਲ ਇਹੀ ਹੈ ਕਿ ਤੁਸੀਂ ਸਿਹਤ ਵਿਭਾਗ ਦੀ ਮਦਦ, ਉਹਨਾਂ ਦਾ ਸਹਿਯੋਗ ਜ਼ਰੂਰ ਕਰੋ। ਕੋਰੋਨਾ ਦੇ ਇਸ ਕਾਲ ਦੇ ਵਿੱਚ ਸਭ ਤੋਂ ਜ਼ਰੂਰੀ ਇਹੀ ਹੈ। ਫਿਲਹਾਲ ਇਜਾਜ਼ਤ ਦਿਓ।